ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਕਰ ਕਿਰਪਾ ਨਿਧਾਨ ਬਖਾਨਾ। ਉੱਤਰ ਸੁਨਹਾ ਕਾਨ ਮਰਦਾਨਾ। ਭਗਤ ਨਾਮ ਕੀ ਬੜ ਬੜਿਆਈ। ਸੁਰ ਨਰ ਸਭ ਮਹਿ ਆਪ ਰਖਾਈ। ਸੁਨ ਕਰ ਕਿਰਪਾ ਨਿਧਾਨ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਲੈ ਰਹੇ ਹੋ। ਸਤਿਗੁਰੂ ਜੀ ਦੀ ਤੁਰਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਉਪਰੰਤ ਅਰਦਾਸ ਹੋਈ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਤਿਗੁਰੂ ਜੀ ਨੇ ਨਿਹਾਲ ਕਿਰਤਾਰਥ ਕੀਤਾ ਹੈ। ਇਸ ਦੇ ਨਾਲ ਹੀ ਆਪ ਸੰਗਤਾਂ ਰੋਜ਼ਾਨਾ ਹੀ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਲੜੀਵਾਰ ਰੂਪ ਵਿੱਚ ਸਰਵਣ ਕਰਦੇ ਆ ਰਹੇ ਹੋ। ਜਿਵੇਂ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ ਇਸ ਗੁਰੂ ਸਾਹਿਬ ਜੀ ਹਬਸ਼ ਦੇਸ਼ ਜਿਹੜਾ ਹੈ ਅਫਰੀਕਾ ਦੇ ਵਿੱਚ ਐਬਸੀਨੀਆ ਉਸ ਥਾਂ ਉੱਪਰ ਗਏ ਜਿੱਥੋਂ ਦਾ ਰਾਜਾ ਇਹ ਕਾਲਾ ਕਲੂਠਾ ਜਿਵੇਂ ਬਾਹਰੋਂ ਕਾਲਾ ਅੰਦਰੋਂ ਕਾਲਾ ਸੀ।
ਲਾਜਵਰਦ ਨਾਮ ਦਾ ਇਹ ਰਾਜਾ ਜਦੋਂ ਵੀ ਇਹਦੇ ਦੇਸ਼ ਵਿੱਚ ਕੋਈ ਆ ਜਾਂਦਾ ਹਿੰਦੂ ਅਤੇ ਉਸ ਨੇ ਮਾਰ ਦਿੰਦਾ ਸੀ। ਇਸ ਗੱਲ ਦੀ ਜਿਹੜੀ ਧੁੰਮ ਉਹ ਸਾਰੇ ਦੇਸ਼ ਵਿੱਚ ਹੀ ਫੈਲੀ ਹੋਈ ਸੀ ਵੀ ਇਹ ਐਸਾ ਬੜਾ ਰਾਜਾ ਸਖਤ ਹੈ। ਗੁਰੂ ਸਾਹਿਬ ਜੀ ਨੂੰ ਸਮੱਧ ਦੇਣ ਵਾਸਤੇ ਇਸ ਇਲਾਕੇ ਹਬਸ਼ ਵਿਲਾਇਤ ਰਾਜਧਾਨੀ ਦੇਸ਼ ਵਿੱਚ ਗਏ। ਵਿਲਾਇਤ ਦਾ ਅਰਥ ਹੁੰਦਾ ਵੀ ਰਾਜੇ ਦੀ ਜਨਮ ਭੂਮੀ, ਜਿੱਥੋਂ ਦਾ ਰਾਜਾ ਜੰਮਪਲ ਹੋਵੇ, ਪੈਦਾ ਹੋਇਆ ਹੋਵੇ। ਫਿਰ ਵਿਲਾਇਤ ਦਾ ਅਰਥ ਦੇਸ਼, ਵਿਲਾਇਤ ਦਾ ਅਰਥ ਜਿਹੜੀ ਰਾਜਧਾਨੀ ਹੁੰਦਾ। ਸਤਿਗੁਰੂ ਜੀ ਨੇ ਇੱਥੇ ਕਲਾ ਵਰਤਾਈ। ਜਦ ਚੱਲੇ ਮਹਾਰਾਜ ਇੱਕ ਚੋਲਾ ਜੋ ਖੁਦਾ ਪਰਮਾਤਮਾ ਵੱਲੋਂ ਆਪ ਜੀ ਦੇ ਨਿਰਗੁਣ ਸਰੂਪ ਵੱਲੋਂ ਹੀ ਆਇਆ ਹੋਇਆ ਸੀ, ਜਿਸ ਚੋਲਾ ਉੱਪਰ ਕੁਰਾਨ ਦੀਆਂ ਐਤਾਂ ਅਰਬੀ, ਫਾਰਸੀ, ਤੁਰਕੀ, ਹਿੰਦੀ, ਸੰਸਕ੍ਰਿਤ ਦੇ ਅੱਖਰ ਲਿਖੇ ਹੋਏ ਸਨ। ਅਚਰਜ ਤਰ੍ਹਾਂ ਦਾ ਚੋਲਾ ਸਤਿਗੁਰੂ ਜੀ ਪਹਿਨ ਕੇ ਚਲੇ ਗਏ। ਇਹ ਨਗਰ ਦੇ ਬਾਹਰ ਜਾ ਕੇ ਬੈਠ ਗਏ। ਜਦੋਂ ਕਿਸੇ ਮਨੁੱਖ ਨੇ ਦੇਖਿਆ ਉਹ ਸਤਿਗੁਰੂ ਜੀ ਨੂੰ ਬੈਠਿਆਂ ਇਹ ਚੋਲੇ ਸਮੇਤ, ਲੋਕ ਬੜੇ ਆਸ਼ਚਰਜ ਹੋਏ। ਜਾ ਕੇ ਰਾਜੇ ਨੂੰ ਖਬਰ ਸੁਣਾਈ ਕਿ ਐਸਾ ਆਸ਼ਚਰਜ ਚੋਲਾ ਪਹਿਨੀ ਕੋਈ ਬੈਠਾ ਹੋਇਆ ਫਕੀਰ ਦਰਵੇਸ਼। ਇਹ ਫਿਰ ਰਾਜਾ ਕਹਿਣ ਲੱਗਾ ਵੀ ਜਿਹੜਾ ਆਸ਼ਚਰਜ ਚੋਲਾ ਜਿਹਨੇ ਪਾਇਆ ਹੋਇਆ ਇਹ ਵਜ਼ੀਰ ਤੂੰ ਜਾ ਤੇ ਲਾ ਕੇ ਲੈ। ਉਹ ਆਏ। ਵਜ਼ੀਰ ਕਹਿੰਦੇ ਵੇ ਦਰਵੇਸ਼, ਆ ਚੋਲਾ ਜਿਹੜਾ ਤੂੰ ਲਾ ਕੇ ਸਾਨੂੰ ਦੇ ਦੇ, ਸਾਡੇ ਰਾਜੇ ਨੇ ਭੇਜਿਆ ਤੇਰੇ ਪਾਸ। ਮਹਾਰਾਜ ਕਹਿੰਦੇ ਵੀ ਅਸੀਂ ਤਾਂ ਨਹੀਂ ਲਾ ਸਕਦੇ, ਤੂੰ ਆਪ ਹੀ ਲਾ ਲਾ ਜੇ ਲਾ ਸਕਦਾ। ਤੇ ਫਿਰ ਇਹ ਸਿਪਾਹੀ ਨੇ ਇਸ਼ਾਰੇ ਦੇ ਨਾਲ ਗਾਂਹ ਕੀਤੇ, ਉਹ ਚੋਲੇ ਨੂੰ ਖਿੱਚਣ ਧੂਣ ਲੱਗ ਪਏ। ਖਿੱਚਿਆ ਨਹੀਂ ਜਾਂਦਾ ਹੈ, ਪਾੜਿਆਂ ਫਟਦਾ ਨਹੀਂ ਹੈ ਚੋਲਾ। ਅਤੇ ਸਤਿਗੁਰੂ ਮਹਾਰਾਜ ਜਦੋਂ ਇਹ ਚੋਲਾ ਨਾ ਫਟਿਆ ਅਤੇ ਵਾਪਸ ਚਲੇ ਗਏ। ਕਹਿੰਦੇ ਵੀ ਉਹ ਚੋਲਾ ਤਾਂ ਲੱਥਦਾ ਨਹੀਂ ਹੈ। ਇਹ ਲਾਜਵਰਦ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਵੀ ਤੁਸੀਂ ਇੰਝ ਕਰੋ, ਉਹਨਾਂ ਨੂੰ ਜਿਹੜਾ ਡੁਬੋ ਦਿਓ, ਡੁਬੋ ਕੇ ਖ਼ਤਮ ਕਰ ਦਿਓ। ਅਤੇ ਬਹੁਤੇ ਲੋਕਾਂ ਨੇ ਇਕੱਠਿਆਂ ਹੋ ਕੇ ਉਹੀ ਕੰਮ ਕੀਤਾ, ਪਰ ਸਤਿਗੁਰੂ ਜੀ ਡੁੱਬੇ ਨਹੀਂ, ਕਿਉਂਕਿ ਡੁੱਬਿਆਂ ਨੂੰ ਤਾਰਨ ਵਾਲੇ ਮਹਾਰਾਜ ਹੈ। ਫਿਰ ਵੀ ਨਹੀਂ ਜਦੋਂ ਕੁਝ ਆ, ਫਿਰ ਸਾੜਨ ਵਾਸਤੇ ਕਿਹਾ ਹੈ। ਉਹ ਲੱਕੜਾਂ ਦਾ ਢੇਰ ਲਾਇਆ ਗਿਆ, ਵਿੱਚ ਸਤਿਗੁਰੂ ਜੀ ਨੂੰ ਬਿਠਾਇਆ ਗਿਆ। ਅੱਗ ਲਾਈ ਗਈ ਲੱਕੜਾਂ ਨੂੰ, ਲੱਕੜਾਂ ਸੜ ਕੇ ਸਵਾਹ ਹੋ ਗਈਆਂ। ਗੁਰੂ ਸਾਹਿਬ ਜੀ ਉਸੇ ਤਰ੍ਹਾਂ ਬਿਰਾਜਮਾਨ ਸੋਭਨੀਕ ਹੋ ਰਹੇ। ਇੰਨਾ ਕੁਝ ਕਰਦਿਆਂ ਵੀ ਕੁਝ ਨਹੀਂ ਹੋਇਆ। ਰਾਜੇ ਨੂੰ ਫਿਰ ਦੱਸਿਆ। ਰਾਜਾ ਕਹਿੰਦਾ ਵੀ ਹੁਣ ਮੇਰੇ ਸਾਹਮਣੇ ਮਾਰੋ ਲਿਆ ਕੇ, ਇਸ ਤਰ੍ਹਾਂ ਰਹਿਣ ਨਹੀਂ ਦਿਆਂਗਾ। ਇਹ ਕੌਣ ਹੈ? ਇਹ ਤਾਂ ਹਿੰਦੂ ਵਾਲੇ ਲੱਛਣ ਲੱਗਦੇ ਇਸ ਵਿੱਚ। ਫਿਰ ਆਪਣੇ ਸਾਹਮਣੇ ਨੇ ਸਿਪਾਹੀ ਲਾ ਕੇ ਬੜੇ ਪੱਥਰ ਸਤਿਗੁਰੂ ਜੀ ਉੱਪਰ ਰਖਾ ਦਿੱਤੇ, ਭਾਰ ਪਾ ਦਿੱਤਾ ਹਜ਼ਾਰਾਂ ਮਾਣੀ। ਸਾਰੇ ਕਹਿੰਦੇ ਵੀ ਹੁਣ ਨਹੀਂ ਇਹ ਬਚੇਗਾ ਦਰਵੇਸ਼, ਆਪੋ ਆਪਣੀ ਘਰਾਂ ਨੂੰ ਚਲੇ ਗਏ। ਸਤਿਗੁਰ ਮੇਰਾ ਮਾਰ ਜੀ ਵਾਲੇ, ਜਿਨ੍ਹਾਂ ਨੂੰ ਮਹਾਰਾਜ ਜੀਵਾਲੇ, ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਗੁਰੂ ਨਾਨਕ ਸਾਹਿਬ ਜੀ ਦੇ ਆਪ ਸਾਰਿਆਂ ਨੂੰ ਰੱਖਦੇ ਹੈ, ਫਿਰ ਗੁਰੂ ਜੀ ਨੂੰ ਕੌਣ ਐਸਾ ਕਰ ਸਕਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿ ਸਮਾਈ। ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਅਬਿਨਾਸੀ ਪ੍ਰਭ ਮਨ ਮਹਿ ਰਾਖ। ਇਹ ਗੁਰੂ ਜੀ ਦੇ ਇੰਨੇ ਬਚਨ ਹੈ। ਸਮਰੱਥ ਗੁਰੂ ਨੂੰ ਕੁਝ ਨਹੀਂ ਹੋਇਆ। ਉਸੇ ਥਾਂ 'ਤੇ ਆ ਕੇ ਬੈਠ ਗਏ ਜਿੱਥੇ ਭਾਈ ਮਰਦਾਨਾ, ਭਾਈ ਬਾਲਾ ਜੀ ਸੀ। ਲੋਕਾਂ ਨੇ ਵੇਖਿਆ, ਰਾਜੇ ਨੂੰ ਦੱਸਿਆ। ਬੜਾ ਆਸ਼ਚਰਜ ਹੋਇਆ, ਕਹਿੰਦਾ ਖੁਦਾ ਇਹ ਕੀ ਹੋ ਰਿਹਾ ਹੈ, ਇਹ ਕੀ ਜਾਦੂ ਹੈ? ਇਹ ਤਾਂ ਵੀ ਦਰਵੇਸ਼ ਬੜਾ ਨਾਟਕੀ ਚੇਟਕੀ ਜਾਦੂਗਰ ਹੈ ਤਗੜਾ। ਫਿਰ ਸਿਆਣਿਆਂ ਨੇ ਸਮਝਾਇਆ ਵੀ ਰਾਜਾ ਵੇਖ ਤੂੰ ਕਿੰਨੇ ਯਤਨ ਕੀਤੇ, ਉਹਨਾਂ ਨੂੰ ਕੁਝ ਨਹੀਂ ਹੋਇਆ। ਤੇਰਾ ਭਲਾ ਇਸੇ ਵਿੱਚ ਤੂੰ ਸ਼ਰਨ ਪੈ ਜਾ ਉਹਨਾਂ ਦੀ, ਨਾਲ ਤੇਰੇ ਅਸੀਂ ਪੈ ਜਾਂਦੇ।
ਫਿਰ ਸ਼ਰਣੀ ਮਹਾਰਾਜ ਜੀ ਦੀ ਪਿਆਸ ਸੀ। ਗੁਰੂ ਸਾਹਿਬ ਜੀ ਕਹਿੰਦੇ ਲੋਕਾਂ ਨੂੰ ਮਾਰਨਾ ਤੂੰ ਛੱਡ ਦੇ, ਤੇਰਾ ਤਾਂ ਭਲਾ ਹੋ ਸਕਦਾ ਹੈ। ਇਹ ਕਹਿੰਦਾ ਮਹਾਰਾਜ ਹੁਣ ਤੇ ਮੈਂ ਕੱਖ ਵੀ ਨਹੀਂ ਤੋੜ ਸਕਦਾ, ਸੁੱਕਾ ਮਨੁੱਖ ਕੀ ਮਾਰਨਾ ਹੈ, ਜਦੋਂ ਦੇ ਤੁਹਾਡੇ ਚਰਨ ਪਕੜ ਲਏ। ਮਹਾਰਾਜ ਜੀ ਨੇ ਫਿਰ ਪ੍ਰੇਮਾ ਭਗਤੀ ਭਾਵ ਭਗਤੀ ਦਾ ਉਪਦੇਸ਼ ਬਖਸ਼ਿਆ ਸੀ। ਇੱਥੇ ਕਿਰਪਾ ਕਰਕੇ ਗੁਰੂ ਸਾਹਿਬ ਜੀ ਅੱਗੇ ਚੱਲਣ ਲੱਗੇ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜੋ ਸਮੁੰਦਰ ਦੇ ਕਿਨਾਰੇ, ਜੋ ਸਮੁੰਦਰ ਵਿੱਚ ਪੁਲ ਬੰਨ੍ਹਿਆ ਹੈ ਅਤੇ ਲੰਕਾ ਸ਼੍ਰੀ ਰਾਮ ਚੰਦਰ ਜੀ ਨੇ ਸਾੜੀ ਸੀ ਉਸ ਵੇਲੇ, ਉਹ ਰਾਵਣ ਦੀ ਲੰਕਾ ਦੇਖਣੀ ਚਾਹੁੰਦੇ ਅਸੀਂ, ਆਪ ਕਿਰਪਾ ਕਰੋ ਦਿਖਾਓ। ਮਹਾਰਾਜ ਕਹਿੰਦੇ ਵੀ ਤੁਹਾਡਾ ਬਚਨ ਨਹੀਂ ਮੋੜ ਸਕਦੇ, ਚਲੋ ਭਾਈ ਬਾਲਾ ਤੁਹਾਨੂੰ ਦਿਖਾ ਦਿੰਦੇ ਹਾਂ। ਛਿਨ ਮਾਤਰ ਹੀ ਇਹ ਰਾਜੇ ਲਾਜ ਵਰਦ ਤੋਂ ਵਿਦਾ ਹੋ ਕੇ ਸਤਿਗੁਰੂ ਜੀ ਲੰਕਾ ਵੱਲ ਆ ਗਏ। ਇੱਥੇ ਇੱਕ ਸ਼ਿਵਲਿੰਗ ਪਿਆ ਸੀ, ਜਿਸ ਨੂੰ ਵੇਖ ਕੇ ਭਾਈ ਮਰਦਾਨਾ ਦੇ ਮਨ 'ਚ ਸੰਸਾ ਹੋਇਆ। ਕਹਿੰਦਾ ਮਹਾਰਾਜ ਇਹ ਕਿਵੇਂ ਹੈ? ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਮਰਦਾਨਿਆ ਇਹ ਰਾਮਚੰਦਰ ਜੀ ਜਦੋਂ ਪੁਲ ਬੰਨ੍ਹਿਆ ਹੈ ਅਤੇ ਪਹਿਲਾਂ ਆਪਣੇ ਗੁਰੂ ਸ਼ਿਵ ਜੀ ਨੂੰ ਮਨਾਇਆ ਹੈ। ਉਹ ਕਿਵੇਂ ਗੁਰੂ? ਵੀ ਸ਼ਿਵ ਜੀ ਜਿਹੜੇ ਹੈ ਉਹ ਵਿਸ਼ਨੂੰ ਜੀ ਦਾ ਧਿਆਨ ਧਾਰਦੇ ਹੈ, ਅਤੇ ਜਿਹੜੇ ਵਿਸ਼ਨੂੰ ਜੀ ਉਹ ਸ਼ਿਵ ਜੀ ਦਾ ਧਿਆਨ ਧਾਰਦੇ ਹੈ, ਅਤੇ ਸ਼ਿਵ ਜੀ ਵਿਸ਼ਨੂੰ ਦਾ ਧਿਆਨ ਧਾਰਦੇ ਹੈ। ਜਿਸ ਕਰਕੇ ਉਹ ਆਪਣੇ ਆਪ ਇੱਕ ਦੂਜੇ ਤੋਂ ਆਪਣੇ ਆਪ ਤੋਂ ਵੱਡਾ ਸਮਝਦੇ ਇੱਕ ਦੂਜੇ ਨੂੰ, ਅਤੇ ਗੁਰੂ ਨੂੰ ਜਿਹੜਾ ਮਨਾਉਂਦਾ ਸੌਖਾ ਹੀ ਰਹਿੰਦਾ ਹੈ। ਇਸ ਕਰਕੇ ਉਹਨਾਂ ਨੇ ਗੁਰੂ ਨੂੰ ਮਨਾਇਆ ਅਤੇ ਸ਼ਿਵਲਿੰਗ ਦੀ ਪੂਜਾ ਕੀਤੀ। ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਵੀ ਆਪਣੇ ਸਮੇਂ ਵਿੱਚ ਰਾਮਚੰਦਰ ਜੀ ਸਭ ਤਰ੍ਹਾਂ ਨਾਲ ਸਮਰੱਥ ਸੀ, ਫਿਰ ਇਹ ਕੰਮ ਕਿਉਂ ਕੀਤਾ? ਵੀ ਸ਼ਿਵ ਜੀ ਨੂੰ ਕਿਉਂ ਪੂਜਣਾ ਕੀਤਾ? ਫਿਰ ਮਹਾਰਾਜ ਜਿਹੜਾ ਨਾਮ ਆਪਣਾ ਲਿਖ ਲਿਖ ਕੇ ਪੱਥਰਾਂ ਉੱਪਰ, ਤੇ ਉਹ ਪੱਥਰ ਕਿਵੇਂ ਤਾਰੇ? ਇਹ ਮੈਨੂੰ ਬੜਾ ਸੰਸਾ ਹੋਇਆ ਵੀ ਫਿਰ ਆਪਣਾ ਨਾਮ ਕਿਉਂ ਲਿਖਿਆ? ਜੇ ਸ਼ਿਵ ਜੀ ਨੂੰ ਮਨਾ ਲਿਆ, ਸ਼ਿਵ ਜੀ ਦਾ ਨਾਮ ਲਿਖ ਦਿੰਦੇ। ਫਿਰ ਗੁਰੂ ਸਾਹਿਬ ਜੀ ਨੇ ਅੱਗੇ ਜਿਵੇਂ ਸੰਸਾ ਨਿਵਰਤ ਕਰਨ ਵਾਸਤੇ ਖੁਲਾਸਾ ਕੀਤਾ ਹੈ, ਉਹ ਪ੍ਰਸੰਗ ਅੱਜ ਆ ਰਹੇ। ਜਿਹੜਾ ਲਾਜਵਰਦ ਦਾ ਪ੍ਰਸੰਗ ਆਇਆ ਹੈ, ਕਈਆਂ ਨੇ ਪ੍ਰਸੰਗ ਅਰਬ ਦੇਸ਼ ਬਗਦਾਦ ਦੇ ਪਾਸ ਦਾ ਮੰਨਿਆ ਹੈ ਕਿ ਬਗਦਾਦ ਦੇ ਵਿੱਚ ਇਹ ਪ੍ਰਸੰਗ ਹੋਇਆ। ਪ੍ਰਸੰਗ ਵਿੱਚ ਵੀ ਕਿਤੇ ਕਿਤੇ ਆ ਗੱਲ ਆ ਜਾਂਦੀ ਵੀ ਖੁਦਾ ਪੀਰ, ਅਤੇ ਖੁਦਾ ਪੀਰ ਮੰਨਣ ਵਾਲੇ ਜਿਹੜੇ ਹੈ ਉਹ ਬਗਦਾਦ ਵਿੱਚ ਹੀ ਹੈ ਜ਼ਿਆਦਾ, ਅਤੇ ਨਾਨਕ ਪੀਰ ਕਹਿੰਦੇ ਉੱਥੇ ਸਤਿਗੁਰੂ ਜੀ ਨੂੰ। ਬਗਦਾਦ ਵਿੱਚ ਬਾਬਾ ਨਾਨਕ ਕਹਿੰਦੇ ਹੈ। ਇਵੇਂ ਸਤਿਗੁਰੂ ਮਹਾਰਾਜ ਜੀ ਨੇ ਉਹ ਪ੍ਰਸੰਗ ਕਈਆਂ ਨੇ ਉਰਦੂ ਵਿੱਚ ਜਿਹੜੀ ਇੱਕ ਕਿਤਾਬ ਲਿਖੀ ਹੈ, ਅਤੇ ਉਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਕਹਿੰਦੇ ਹਿੰਨ ਬਿਨ ਇਹ ਉਲੱਥਾ ਕੀਤਾ, ਉਹਦੇ ਵਿੱਚ ਦੱਸਿਆ। ਅਤੇ ਇਹ ਲਿਖੀ ਗੱਲ ਕਿ ਜੋ ਸਤਿਗੁਰੂ ਜੀ ਨੇ ਚੋਲਾ ਪਹਿਨਿਆ ਹੋਇਆ ਸੀ, ਉਹ ਇੱਕ ਪਾਸੇ ਤੇ ਵੇਦ ਦੀਆਂ ਸੁਰਤੀਆਂ, ਇੱਕ ਪਾਸੇ ਕੁਰਾਨ ਦੀਆਂ ਐਤਾਂ ਲਿਖੀਆਂ ਸਨ। ਉਹ ਤਾਂ ਇਹ ਕੁਝ ਕੀਤਾ ਵੀ ਨਾ ਪਤਾ ਲੱਗੇ ਵੀ ਹਿੰਦੂ ਹੈ, ਨਾ ਪਤਾ ਲੱਗੇ ਮੁਸਲਮਾਨ ਹੈ। ਅਤੇ ਇਹ ਕੁਝ ਦੇਖ ਕੇ ਲੋਕ ਹੈਰਾਨ ਹੋਏ ਸੀ ਵੀ ਇੱਕ ਪਾਸੇ ਐਤਾਂ, ਇੱਕ ਪਾਸੇ ਸੰਸਕ੍ਰਿਤ ਸ਼ਲੋਕ, ਵੇਦ ਦੀਆਂ ਸੁਰਤੀਆਂ, ਧਿਆਨ ਖਿੱਚਣ ਵਾਸਤੇ ਐਸਾ ਕੁਝ ਹੋਇਆ ਸੀ। ਅਤੇ ਕਹਿੰਦੇ ਆ ਵੀ ਖੁਦਾ ਨੇ ਚੋਲਾ ਇਹ ਸਤਿਗੁਰੂ ਜੀ ਨੂੰ ਦਿੱਤਾ ਹੋਇਆ ਸੀ। ਇਵੇਂ ਉਹ ਪ੍ਰਸੰਗ ਉੱਥੇ ਆ ਜਾਂਦਾ ਹੈ। ਇੱਥੇ ਕਵੀ ਜੀ ਨੇ ਹਬਸ਼ ਵਲਾਇਤ ਦਾ ਕਿਹਾ ਹੋਇਆ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਕਿ ਅਫਰੀਕਾ ਦੇ ਵਿੱਚ ਇੱਕ ਦੇਸ਼ ਹੈ ਜਿਹਦਾ ਨਾਮ ਐਬਸੀਨੀਆ ਕਰਕੇ ਹੈ, ਉੱਥੋਂ ਦੀ ਇਹ ਕਥਾ ਹੈ। ਜਿੱਥੋਂ ਦੀ ਵੀ ਹੈ, ਰਾਜਾ ਸੀ ਉੱਥੋਂ ਦਾ, ਉਹਦਾ ਸੰਸਾ ਨਿਵਰਤ ਕੀਤਾ, ਉਹਨੂੰ ਸਿੱਧੇ ਰਾਹ ਪਾਇਆ ਜਿਹੜੇ ਉਹ ਹੁਜਤਬਾਜ਼ੀ ਕਰਦਾ ਸੀ। ਵੈਸੇ ਵੀ ਜਿਹੜੇ ਹੈ ਅਫਰੀਕਾ ਵਿੱਚ ਲੋਕ ਨੀਗਰੋ ਕਾਲੇ ਰਹਿੰਦੇ ਹੈ, ਅਤੇ ਜਿਹੜੇ ਇੱਥੇ ਅਰਬ ਦੇਸ਼ ਵਿੱਚ ਬਗਦਾਦ ਵੱਲੀ ਉੱਥੇ ਰਹਿੰਦੇ ਆ ਮੁਸਲਮਾਨ ਅਰਬੀ ਲੋਕ, ਅਤੇ ਉਹ ਹਿੰਦੂ ਮੁਸਲਮਾਨ ਦਾ ਵਿਤਕਰਾ ਰੱਖਦੇ ਹੈ। ਜਿਵੇਂ ਕੁਝ ਪ੍ਰਸੰਗ ਦਾ
ਉਹ ਜਿਹੜਾ ਹਿੰਦੂ ਵਿੱਚ ਉਰਦੂ ਵਿੱਚ ਲਿਖੀ ਹੋਈ ਸਾਖੀ ਉਹਦੇ ਮੁਤਾਬਕ ਵੀ ਮਿਲਦਾ ਜੁਲਦਾ ਹੈ। ਜਿਵੇਂ ਪੀਰ ਦਾ ਕਥਨ ਆਉਂਦਾ, ਖੁਦਾ ਦਾ ਕਥਨ ਆਉਂਦਾ ਹੈ, ਅਤੇ ਜਿਵੇਂ ਕਾਲਾ ਰੰਗ ਦੇ ਵਿੱਚ ਕੁਝ ਬਚਨ ਆਉਂਦੇ ਹੈ, ਅਤੇ ਇਸੇ ਤਰ੍ਹਾਂ ਉਹ ਹਬਸ਼ ਦੇਸ਼ ਦਾ ਵੀ ਸਿੱਧ ਜਿਹਾ ਹੁੰਦਾ ਹੈ। ਰਹੋ ਵਿਚਾਰ ਜੋ ਵੀ ਹੈ, ਗੁਰੂ ਮਹਾਰਾਜ ਜੀ ਨੇ ਉਹ ਰਾਜੇ ਨੂੰ ਸਿੱਧੇ ਰਾਹ ਪਾਇਆ ਸੀ। ਅੱਗੇ ਜਿਵੇਂ ਲੰਕਾ ਦਾ ਪ੍ਰਸੰਗ ਗੁਰੂ ਮਹਾਰਾਜ ਜੀ ਆਪਣੀ ਰਸਨਾ ਤੋਂ, ਜਿਵੇਂ ਕਵੀ ਸਾਹਿਬ ਜੀ ਕਹਾ ਰਹੇ ਆ ਸਤਿਗੁਰੂ ਦੀ ਰਸਨਾ ਤੋਂ, ਕਿਉਂਕਿ ਕਵੀ ਜੀ ਵਾਲਮੀਕੀ ਰਮਾਇਣ ਅਲੱਥਾ ਵੀ ਕੀਤਾ ਹੈ, ਚੰਗੇ ਵਿਦਵਾਨ ਸਨ। ਇਵੇਂ ਢੰਗ ਤਰੀਕੇ ਨਾਲ ਵਿੱਚ ਆਪਣਾ ਗਿਆਨ ਜਿਹੜਾ ਕਿਸੇ ਵੇਲੇ ਜਿਹੜਾ ਬਿਆਨ ਕਰ ਜਾਂਦੇ ਹੈ। ਜਿਵੇਂ ਉਹ ਫਿਰ ਇਹ ਪ੍ਰਸੰਗ ਅਗਲਾ ਹੋਇਆ ਉਹ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਕਰ ਕਿਰਪਾ ਨਿਧਾਨ ਬਖਾਨਾ। ਜਦੋਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਮਹਾਰਾਜ ਮੈਨੂੰ ਦੋ ਸੰਸ਼ੇ ਹੋ ਗਏ ਆ। ਇੱਕ ਸੰਸ਼ਾ ਇਹ ਕਿ ਉਹ ਸਮਰੱਥ ਹੁੰਦਿਆਂ ਹੋਇਆਂ ਵੀ ਆਪਣੇ ਸਮੇਂ ਦੇ ਸ਼ਿਵ ਜੀ ਦਾ ਪੂਜਨ ਕਿਵੇਂ ਕੀਤਾ। ਦੂਸਰਾ, ਜੇ ਪੂਜਨ ਕਰ ਹੀ ਲਿਆ ਤਾਂ ਫਿਰ ਆਪਣਾ ਨਾਮ ਲੈ ਕੇ ਪੱਥਰ ਕਿਉਂ ਤਾਰੇ ਹੈ, ਕਿਉਂ ਪੁਲ ਬੰਨਿਆ ਇਸ ਤਰ੍ਹਾਂ। ਇਹ ਮਹਾਰਾਜ ਮੇਰੇ ਸੰਸ਼ੇ ਨਿਵਰਤ ਕਰੋ। ਮੈਨੂੰ ਤਾਂ ਇਵੇਂ ਗੱਲ ਬਣ ਆਉਂਦੀ ਹੈ ਵੀ ਰਾਮ ਜੀ ਬਲ ਤੋਂ ਹੀਣੇ ਹੋ ਗਏ ਸਨ, ਜਿਸ ਕਰਕੇ ਦੂਸਰਿਆਂ ਦਾ ਆਸਰਾ ਪਾ ਕੇ ਤੇ ਉਹਨਾਂ ਨੇ ਪਾਰ ਜਾਣਾ ਕੀਤਾ ਸੀ। ਇਹ ਕੁਝ ਸੁਣ ਕੇ ਮਹਾਰਾਜ ਜੀ ਕਹਿਣ ਲੱਗੇ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਸੁਣ ਕਰਕੇ ਬਚਨ ਕਿਹਾ। ਉੱਤਰ ਸਨਹਾ ਕਾਨ ਮਰਦਾਨਾ। ਇਹ ਭਾਈ ਮਰਦਾਨਾ, ਤੇਰੇ ਸਵਾਲਾਂ ਦਾ ਜਿਹੜਾ ਉੱਤਰ ਹੈ ਉਹ ਤੂੰ ਸੁਣ ਬੜਾ ਧਿਆਨ ਨਾਲ ਕੰਨ ਦੇ ਕੇ। ਭਗਤ ਨਾਮ ਕੀ ਬੜ ਵਡਿਆਈ। ਜਿਹੜੇ ਪਰਮੇਸ਼ਰ ਦੇ ਭਗਤ ਹੈ ਅਤੇ ਨਾਮ ਹੈ ਨਾ ਵਾਹਿਗੁਰੂ ਦਾ, ਇਹਦੀ ਵੱਡੀ ਵਡਿਆਈ ਹੈ। ਨਾਮ ਦੀ ਅਤੇ ਭਗਤਾਂ ਦੀ ਵੱਡੀ ਵਡਿਆਈ ਹੈ। ਜਾਂ ਕਿ ਜਿਹੜੇ ਭਗਤ ਹੈ ਉਹ ਭਗਤਾਂ ਦੀ ਜਿਹੜੀ ਵਡਿਆਈ ਨਾਮ ਕਰਕੇ ਵਡਿਆਈ ਹੈ। ਕਿਉਂਕਿ ਨਾਮ ਹੈ ਭਗਤਾਂ ਕੋਲ ਤਾਂ ਭਗਤ ਬਣੇ ਹੈ। ਭਗਤ ਨਹੀਂ ਤੇ ਜੇ ਸਾਡੇ ਵਰਗੇ ਨਹੀਂ ਵੀ ਨਾਮ ਜਪਣਗੇ, ਨਾਮ ਤੇ ਕਾਇਮ ਹੈ ਹੀ ਹੈ। ਨਾਮ ਤੇ ਸਦਾ ਹੀ ਸੱਚ ਹੈ। ਇਸ ਕਰਕੇ ਜਿਹੜੀ ਭਗਤ ਹੈ ਅਤੇ ਨਾਮ, ਇਹਨਾਂ ਦੋਵਾਂ ਦੀ ਵੱਡੀ ਵਡਿਆਈ ਹੈ। ਨਾਮ ਦੀ ਵੱਡੀ ਵਡਿਆਈ ਤਾਂ ਹੈਗੀ ਹੈ। ਸੁਰ ਨਰ ਸਭ ਮਹਿ ਆਪ ਰਖਾਈ। ਸਾਰਿਆਂ ਦੇਵਤਿਆਂ, ਸਾਰਿਆਂ ਪੁਰਸ਼ਾਂ, ਦੈਂਤਾਂ ਸਭ ਨੇ ਨਾਮ ਦੀ ਮਹਿਮਾ ਆਪਣੇ ਤੋਂ ਵੱਡੀ ਰਖਾਈ, ਵੱਡੀ ਰੱਖੀ ਹੈ, ਮੰਨੀ ਹੈ। ਸਭ ਭਗਤਨ ਮਹਿ ਸ਼ੰਭ ਮਹਾਨਾ। ਇਹ ਦੇਵਤਿਆਂ ਪੁਰਸ਼ਾਂ ਵਿੱਚ ਸਾਰਿਆਂ ਵਿੱਚ ਨਾਮ ਦੀ ਵਡਿਆਈ ਆਪ ਵੱਡੀ ਰੱਖੀ ਹੈ ਪਰਮਾਤਮਾ ਨੇ। ਇਸੇ ਤਰ੍ਹਾਂ ਸਭ ਭਗਤਨ ਮੈਂ ਸ਼ੰਭ ਮਹਾਨਾ। ਅਤੇ ਜੇ ਦੇਖਿਆ ਜਾਏ ਤਾਂ ਸਾਰਿਆਂ ਭਗਤਾਂ ਵਿੱਚੋਂ ਜੋ ਸ਼ੰਭੂ ਸ਼ਿਵ ਜੀ ਹੈ ਉਹ ਵੱਡਾ ਭਗਤ ਹੈ। ਕਿ ਰੁਦਰ ਧਿਆਨ ਗਿਆਨ ਸਤਿਗੁਰ ਕੇ। ਜਦੋਂ ਸਮਾਧੀ ਲਾਉਂਦੇ ਹੈ, ਇੱਕ ਲੱਤ 'ਤੇ ਖੜ੍ਹ ਕੇ ਗੂਠੇ ਭਾਰ ਹੋ ਕੇ ਅਤੇ 88,000 ਵਰਾ ਭਗਤੀ ਕਰਦੇ ਹੈ। ਗੁਰਬਾਣੀ 'ਚ ਆਉਂਦਾ ਰੁਦਰ ਧਿਆਨ ਗਿਆਨ ਸਤਿਗੁਰ ਕੇ। ਇਵੇਂ ਭਗਤਾਂ ਵਿੱਚ ਸ਼ਿਵ ਜੀ ਬੜਾ ਵੱਡਾ ਭਗਤ ਹੈ। ਆਠਾਂ ਜਾਮ ਧਰਹਿ ਔਰ ਧਿਆਨਾ। ਅਤੇ ਜੋ 8 ਪੈਰ ਹੀ ਵਿਸ਼ਨੂੰ ਭਗਵਾਨ ਦਾ ਆਪਣੇ ਹਿਰਦੇ ਵਿੱਚ ਧਿਆਨ ਧਾਰਦਾ ਹੈ। ਵਿਸ਼ਨ ਸਤੋ ਗੁਣ ਉਜਲ ਰੰਗਾ। ਜੋ ਵਿਸ਼ਨੂੰ ਭਗਵਾਨ ਉਹ ਸਤੋਗੁਣੀ ਸੁਭਾਅ ਵਾਲੇ ਹੈ। ਗਿਆਨ ਸਤਿਗੁਰ ਕੇ ਭਾਵ ਗਿਆਨ ਅਵਸਥਾ 'ਚ ਹੀ ਰਹਿੰਦੇ, ਬਹੁਤਾ ਜ਼ਿਆਦਾ ਹਮੇਸ਼ਾ ਹੀ
ਤੇ ਜਿਨ੍ਹਾਂ ਦਾ ਉਜਲ ਚਿੱਟਾ ਰੰਗ ਸੀ। ਕਰਤ ਧਿਆਨ ਸਿਤ ਭਾਸਰ ਬੰਗਾ। ਤੇ ਇਹ ਸ਼ਿਵ ਜੀ ਜਿਹੜਾ ਵਿਸ਼ਨੂੰ ਜੀ ਦਾ ਧਿਆਨ ਧਰਦਾ, ਉਸ ਨੂੰ ਗੁਰੂ ਸਮਝ ਕੇ ਆਪਣਾ ਵੀ ਧਿਆਨ ਕਰਦੇ ਹੈ, ਜਿਸ ਕਰਕੇ ਸ਼ਿਵ ਜੀ ਦਾ ਜਿਹੜਾ ਰੰਗ ਹੈ ਉਹਦਾ ਸਾਰਾ ਸਰੀਰ ਹੀ ਚਿੱਟਾ ਹੋ ਗਿਆ ਹੈ। ਤਮ ਗੁਣ ਸ਼ਾਮ ਸੋ ਸ਼ਿਵ ਬਖਿਆਤੀ। ਇੱਧਰ ਪ੍ਰਗਟ ਹੀ ਜੋ ਸ਼ਿਵ ਜੀ ਹੈ ਉਹ ਸ਼ਿਆਮ ਕਾਲੇ ਰੰਗ ਦਾ ਤਮੋ ਗੁਣੀ ਹੈ। ਵਿਸ਼ਨ ਧਿਆਨ ਕਰ ਹੀ ਦਿਨ ਰਾਤੀ। ਪਰ ਜੋ ਵਿਸ਼ਨੂੰ ਭਗਵਾਨ ਜੀ ਉਹ ਰਾਤ ਦਿਨ ਸ਼ਿਵ ਜੀ ਦੇ ਸਰੂਪ ਦਾ ਧਿਆਨ ਧਰਦੇ ਕਰਦੇ ਐ। ਸ਼ਾਮ ਰੂਪ ਭਾ ਕਾਰਨ ਇਹੀ। ਜਿਸ ਕਰਕੇ ਵਿਸ਼ਨੂੰ ਭਗਵਾਨ ਜੀ ਦਾ ਸ਼ਿਆਮ ਰੂਪ ਕਾਲਾ ਰੂਪ ਹੋ ਗਿਆ ਹੈ, ਇਹੀ ਕਾਰਨ ਹੈ। ਭੇ ਵਿਪਰੀਤ ਰੰਗ ਦੋ ਦੇਹੀ। ਇਸ ਤਰ੍ਹਾਂ ਦੋ ਦੇਹੀ, ਦੋਹਾਂ ਦੀਆਂ ਦੇਹਾਂ ਦਾ ਰੰਗ ਜਿਹੜੇ ਉਲਟ ਹੋ ਗਏ ਹੈ। ਭਾਵ ਜੋ ਵਿਸ਼ਨੂੰ ਜੀ ਦਾ ਚਿੱਟਾ ਰੰਗ ਸੀ ਉਹ ਸ਼ਿਵ ਜੀ ਦਾ ਜਾ ਕੇ ਹੋ ਗਿਆ ਧਿਆਨ ਧਰਨੇ ਕਰਕੇ, ਤੇ ਜੋ ਸ਼ਿਵ ਜੀ ਦਾ ਸ਼ਾਮ ਕਾਲਾ ਰੰਗ ਸੀ ਤੇ ਉਹ ਧਿਆਨ ਧਰਨੇ ਕਰਕੇ ਵਿਸ਼ਨੂੰ ਜੀ ਦਾ ਕਾਲਾ ਹੋ ਗਿਆ ਸ਼ਾਮ ਰੰਗ। ਤਾਂ ਹੀ ਕਿਹਾ ਜਾਂਦਾ ਹੈ ਸ਼ਾਮ ਰੰਗ। ਇਨ ਮਹਿ ਭੇਦ ਨਾਰੰਚਕ ਜਨ। ਇਹਨਾਂ ਦੋਵਾਂ ਵਿੱਚ ਹੀ ਮਰਦਾਨਿਆ ਤੂੰ ਕੋਈ ਥੋੜਾ ਮਾਤਰ ਭੇਦ ਨਾ ਜਾਣ, ਇੱਕ ਹੀ ਰੂਪ ਹਨ। ਦ્વੈ ਸਰੂਪ ਇਕ ਜੋਤ ਪਛਾਨਾ। ਇੱਕ ਜੋਤ ਹੈ ਵਿੱਚ, ਤੇ ਉਂਝ ਦੋ ਸਰੂਪ ਜਿਹੜੇ ਪਛਾਣੇ ਜਾਂਦੇ ਵੀ ਸ਼ਿਵ ਜੀ ਅਲੱਗ ਹੈ ਤੇ ਵਿਸ਼ਨੂੰ ਜੀ ਅਲੱਗ ਹੈ, ਜਾਂ ਵੀ ਦੋਵੇਂ ਸਰੂਪਾਂ ਵਿੱਚ ਇੱਕ ਹੀ ਜੋਤ ਪਛਾਣ ਲਓ। ਅਬ ਸੁਨ ਨਾਮ ਲਿਖਿਓ ਜਿਉ ਕਹਾ। ਆ ਹੁਣ ਤੂੰ ਜਿਵੇਂ ਪੁੱਛਿਆ ਵੀ ਨਾਮ ਲੈ ਕੇ ਪੱਥਰ ਕਿਉਂ ਤਾਰੇ, ਮਰਦਾਨਿਆ ਉਹ ਵੀ ਸੁਣ। ਇਹ ਨਾਮ ਜਿਵੇਂ ਲਿਖਿਆ ਉਹ ਵੀ ਕਹਿੰਦੇ ਆ, ਧਿਆਨ ਦੇ ਕੇ ਸੁਣ ਲਾ। ਤੇਰੇ ਉਰ ਕਾ ਸੰਸਾ ਦਹਾਂ। ਜਿਹੜੇ ਤੇਰੇ ਹਿਰਦੇ ਦਾ ਸੰਸਾ ਉਹ ਵੀ ਦਗਦ ਕਰ ਦਿੰਦੇ ਆ, ਸਾੜ ਦਿੰਦੇ ਆ, ਦੂਰ ਕਰ ਦਿੰਦੇ ਆ। ਰੂਪ ਦੇਖ ਉਤਰੇ ਹੈ ਥੋਰੇ। ਇਸੇ ਤਰ੍ਹਾਂ ਰਾਮਚੰਦਰ ਜੀ ਨੇ ਜਿਹੜਾ ਵਿਚਾਰਿਆ ਵੀ ਸਾਡਾ ਸਰੂਪ ਦੇਖ ਕੇ ਤੇ ਥੋੜੇ ਉਧਰੇ ਆ ਧਰੇ ਆ। ਭਾਵ ਕਿ ਜਿਹੜਾ ਸਰੀਰ ਹੈ ਉਹ ਤੇ ਜਿਹੜਾ ਦੇਖੇਗਾ ਉਹੀਓ ਤਰੇਗਾ। ਹੁਣ ਜਿਹਨੇ ਜਿਹਨੇ ਦਰਸ਼ਨ ਕੀਤਾ ਹੋਏਗਾ ਉਹੀਓ ਉਧਰੇਗਾ ਨਾ। ਤੇ ਕਹਿੰਦੇ ਆ ਵੀ ਸਾਡਾ ਸਰੂਪ ਦੇਖ ਕੇ ਤੇ ਥੋੜੇ ਉਧਰੇ ਐ। ਜਪਤ ਨਾਮ ਕੋ ਤਰੇ ਕਰੋਰੇ। ਪਰ ਨਾਮ ਜਪਦਿਆਂ ਕਰੋੜਾਂ ਹੀ ਤਰੇ ਆ ਤੇ ਕਰੋੜਾਂ ਹੀ ਤਰਨਗੇ। ਨਾਮੀ ਤੇ ਹੈ ਨਾਮ ਵਡਾਈ। ਕਿਉਂਕਿ ਜਿਹੜਾ ਨਾਮੀ ਹੈ ਨਾ, ਨਾਮ ਵਾਲਾ, ਉਹਦੇ ਤੋਂ ਨਾਮ ਵੱਡਾ ਹੈ। ਉੱਚੇ ਉੱਪਰ ਉੱਚਾ ਨਾਮ। ਨਾਮ ਸਾਰੇ ਵਿਆਪਕ ਹੈ। ਆ ਕਿਹੜੇ ਕਿਹੜੇ ਪ੍ਰਧਾਨ ਮੰਤਰੀ ਜਿਹੜੇ ਬਣੇ ਫਿਰਦੇ ਆ ਤੇ ਉਹਨਾਂ ਦੀ ਸ਼ਕਲਾਂ ਸੂਰਤਾਂ ਤੇ ਅਸੀਂ ਘੱਟ ਹੀ ਵੇਖੀਆਂ ਹੁੰਦੀਆਂ, ਪਰ ਨਾਮ ਉਹ ਸਾਰੇ ਦੇਸ਼ਾਂ ਵਿੱਚ ਹੀ ਹੁੰਦਾ ਵੀ ਫਲਾਣੇ ਦੇਸ਼ ਦਾ ਉਹ ਮੰਤਰੀ, ਰਾਸ਼ਟਰਪਤੀ। ਨਾਮੀ ਨਾਲੋਂ ਨਾਮ ਜਿਹੜਾ ਜ਼ਿਆਦਾ ਵਿਆਪਕ ਹੈ। ਜੇ ਅਸੀਂ ਦੂਰ ਖੜ੍ਹੇ ਹਾਂ ਬਹੁਤਾ ਤਾਂ ਕੋਈ ਕਹੇਗਾ ਨਾਮ ਲੈ ਕੇ ਵੀ ਫਲਾਣਾ, ਨਾਮ ਲੈ ਕੇ ਵੀ ਉਹ ਆਵੇ, ਤੇ ਝੱਟ ਹੀ ਸੁਣ ਲਵਾਂਗੇ, ਜਾਂ ਦੂਸਰੇ ਦੱਸ ਦੇਣਗੇ ਵੀ ਤੈਨੂੰ ਬੁਲਾ ਰਹੇ। ਪਰ ਜੇ ਅਗਲਾ ਕਹੇ ਜਾਵੇ ਉਹਦਾ ਐਸਾ ਨੱਕ ਹੈ, ਐਸੇ ਉਹਦੇ ਬੁੱਲ ਹੈ, ਐਸੀਆਂ ਅੱਖਾਂ ਹੈ, ਇਹੋ ਜਿਹੇ ਦੇ ਕਈ ਮਿਲ ਜਾਂਦੇ, ਉਹਨੇ ਕਹਿਣਾ ਮੈਨੂੰ ਕਿਹਨੂੰ ਸੱਦ ਰਹੇ। ਐਵੇਂ ਨਾਮ ਸਾਡੇ ਨਾਲ ਬਹੁਤਾ ਵਿਆਪਕ ਹੈ। ਪਰਮਾਤਮਾ ਦਾ ਵੀ ਜਿਹੜਾ ਸਰੂਪ ਦੇਖਣਾ ਤੇ ਔਖੀ ਗੱਲ ਹੀ ਹੈ, ਬੜੀ ਕਠਿਨ ਗੱਲ ਹੈ, ਪਰ ਉਹਦਾ ਨਾਮ ਜਿਹੜਾ ਹੈ ਉਹ ਜ਼ਿਆਦਾ ਵਿਆਪਕ ਹੈ। ਨਾਮ ਕਰਕੇ ਹੀ ਸਾਧ ਸੰਗਤ ਜੀ ਸਾਰੇ ਤਰ ਰਹੇ ਆ। ਨਾਮ ਕਰਕੇ ਹੀ ਹੁਣ ਅਸੀਂ ਵੀ ਨਾਮ ਹੀ ਲੈਂਦੇ ਹਾਂ। ਉਹਦਾ ਨਾਮ ਲੈਣਾ ਦਰਸ਼ਨ ਹੋ ਰਿਹਾ ਹੈ। ਉਹ ਨਾਮਾਂ ਰਾਹੀਂ ਉਹਦਾ ਦਰਸ਼ਨ ਹੋ ਰਿਹਾ ਵੀ ਉਹ ਐਸਾ ਐਸਾ ਹੈ, ਜਿਸ ਕਰਕੇ ਮਰਦਾਨਾ ਨਾਮੀ, ਨਾਮ ਵਾਲੇ ਤੋਂ ਨਾਮ ਵੱਡਾ ਹੈ। ਮਹਿਮਾ ਆਪ ਰਾਮ ਲਖਾਈ। ਤੇ ਜਿਸ ਕਰਕੇ ਰਾਮ ਜੀ ਨੇ ਆਪਣੇ ਤੋਂ ਨਾਮ ਦੀ ਮਹਿਮਾ ਵੱਡੀ ਜਣਾਈ ਹੈ। ਬਾਂਧ ਸੇਤ ਪੁਨ ਕੀਨ ਬਿਆਨਾ। ਆਪਣੇ ਤੋਂ ਨਾਮ ਦੀ ਮਹਿਮਾ ਵੱਡੀ ਪ੍ਰਗਟ ਕੀਤੀ ਤੇ ਪੁਲ ਪਰਮੇਸ਼ਵਰ ਇਹ ਸਮੁੰਦਰ ਤੇ ਬੰਨਣ ਕੀਤਾ ਤੇ ਫਿਰ ਚੱਲਣਾ ਕੀਤਾ ਸੀ।
ਹਨੇ ਦੈਂਤ ਜਿਨ ਮਨ ਅਭਮਾਨਾ। ਜਿਨ੍ਹਾਂ ਦੈਂਤਾਂ ਦੇ ਮਨ 'ਚ ਬੜਾ ਹੰਕਾਰ ਸੀ ਵੀ ਸਾਨੂੰ ਕਿਹੜਾ ਮਾਰੇਗਾ ਐਸੇ ਬਲੀਆਂ ਨੂੰ, ਉਹ ਦੈਂਤ ਮਾਰੇ। ਸੁਨ ਮਰਦਾਨਾ ਬੂਝਨ ਲਾਗਾ। ਇਹ ਕੁਝ ਸੁਣ ਕੇ ਭਾਈ ਮਰਦਾਨਾ ਪੁੱਛਣ ਲੱਗਾ। ਰਘੁਬਰ ਕਥਾ ਸੁਨਨ ਅਨੁਰਾਗਾ। ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਮਰਦਾਨਾ ਇਹ ਸੁਣ ਕੇ ਰਾਮਚੰਦਰ ਜੀ ਦੀ ਜਿਹੜੀ ਕਥਾ ਹੈ ਸੁਣਨ ਦਾ ਹੋਰ ਪ੍ਰੇਮੀ ਪਿਆਰਾ ਹੋ ਗਿਆ। ਬਾਂਧ ਉਰਦ ਕਿਉ ਪਾਰ ਪਧਾਰੇ। ਮਹਾਰਾਜ ਜੀ ਆ ਸਮੁੰਦਰ ਤੇ ਉੱਪਰ ਪੁਲ ਬਣ ਕੇ ਕਿਉਂ ਪਾਰ ਗਏ ਸਨ ਰਾਮ ਜੀ। ਲੰਕ ਵਿਖੈ ਕਿਉ ਦੈਂਤ ਸੰਘਾਰੇ। ਲੰਕਾ ਦੇ ਵਿੱਚ ਜਾ ਕੇ ਕਿਉਂ ਦੈਂਤ ਮਾਰੇ ਐ। ਸਰਬ ਪਰ ਸੰਗ ਸੁਨਾਵਹ ਮੋਹੀ। ਉਹ ਸਾਰਾ ਪ੍ਰਸੰਗ ਜੈਸਾ ਵਿਸਥਾਰ ਨਾਲ ਹੈ ਮਹਾਰਾਜ ਉਹਦੇ ਵਿੱਚ ਥੋੜਾ ਬਹੁਤਾ ਮੈਨੂੰ ਵੀ ਸੁਣਾਓ। ਰਾਵਰ ਤੇ ਕੁਛ ਗੁਪਤ ਨਾ ਹੋਈ। ਕਿਉਂਕਿ ਆਪ ਜੀ ਤ੍ਰੈ ਕਾਲ ਦੇ ਗਿਆਤਾ ਹੋ। ਆਪ ਜੀ ਤੇ ਤੋਂ ਕੁਝ ਨਹੀਂ ਨਾ ਗੁਪਤ ਹੋਇਆ ਪਰਮੇਸ਼ਰ ਰੂਪ। ਐਸੀ ਤੇ ਕੋਈ ਗੱਲ ਹੀ ਨਹੀਂ ਹੈ ਕਿ ਜਿਹੜੀ ਆਪ ਜੀ ਤੋਂ ਲੁਕੀ ਛਿਪੀ ਹੋਵੇ ਵੀ ਪਤਾ ਨਹੀਂ ਹੈ ਆਪ ਨੂੰ। ਸੁਨ ਕੈ ਬੋਲੇ ਪਰਮ ਪਰਬੀਨਾ। ਅੰਤਰਜਾਮੀ ਸਿਆਣੇ ਸਤਿਗੁਰੂ ਜੀ ਸੁਣ ਕੇ ਬਚਨ ਬੋਲੇ। ਇਕ ਦਸਰਥ ਨਿਰਭ ਹਤੋ ਕਲੀਨਾ। ਮਹਾਰਾਜ ਕਹਿਣ ਲੱਗੇ ਵੀ ਵਰਦਾਨਿਆ ਸੁਣ, ਤ੍ਰੇਤੇ ਯੁੱਗ ਦੇ ਸਮੇਂ ਚੰਗੀ ਕੁੱਲ ਵਾਲਾ ਇੱਕ ਦਸ਼ਰਥ ਰਾਜਾ ਸੀ। ਤ੍ਰੈ ਰਾਣੀ ਤਿਹਲੀਨ ਵਿਵਾਹੀ। ਉਹਨੇ ਆਪਣੇ ਸਮੇਂ ਦੇ ਵਿੱਚ 3 ਰਾਣੀਆਂ ਜਿਹੜੀਆਂ ਵਿਆਹ ਲੈਣੀਆਂ ਕੀਤੀਆਂ। ਕੌਸਲਿਆ ਕਾ ਕੇਈ ਆਹੀ। ਇੱਕ ਦਾ ਨਾਮ ਸੀ ਕੌਸਲਿਆ ਤੇ ਦੂਸਰੀ ਕੈਕੇਈ ਹੈ ਸੀ। ਬਹੁਰ ਸੁਮਿਤਰਾ ਜਾਨਹ ਨਾਰੀ। ਤੇ ਤੀਸਰੀ ਜਿਹੜੀ ਹੈ ਉਹ ਇਸਤਰੀ ਉਹ ਸੁਮਿਤਰਾ ਰਾਣੀ ਜਾਣ ਲੋ। ਤਿਨ ਤੇ ਜਨਮਤ ਭੇ ਸੁਧਚਾਰੀ। ਉਹਨਾਂ 3 ਰਾਣੀਆਂ ਤੋਂ ਦਸ਼ਰਥ ਰਾਜੇ ਦੇ ਘਰ 4 ਪੁੱਤਰ ਜਿਹੜੇ ਜਨਮੇ ਪੈਦਾ ਹੋਏ। ਜੇਸ਼ਟ ਕੌਸਲਿਆ ਤੇ ਰਾਮੋ। ਤੇ ਜੋ ਕੌਸਲਿਆ ਸੀ ਰਾਜੇ ਦਸ਼ਰਥ ਦੀ ਰਾਣੀ ਉਹ ਤੋਂ ਵੱਡਾ ਪੁੱਤਰ ਰਾਮਚੰਦਰ ਜੀ ਹੋਏ। ਕੇਕਈ ਕੇਰ ਭਰਤ ਭਾ ਨਾਮੋ। ਤੇ ਜਿਹੜੀ ਕੇਕਈ ਹੈ ਦੂਸਰੀ ਰਾਣੀ ਉਹਦੇ ਉਦਰ ਤੋਂ ਭਰਤ ਨਾਮ ਦਾ ਪੁੱਤਰ ਪੈਦਾ ਹੋਇਆ। ਲਛਮਨ ਬਾਹਰ ਸ਼ਤਰਘਨ ਜੋ। ਫਿਰ ਦੂਸਰੇ ਜਿਹੜੇ ਲਛਮਨ ਤੇ ਸ਼ਤਰੂਘਨ ਸਨ। ਜਨੇ ਸੁਮਿਤਰਾ ਨੰਦਨ ਦੋ। ਇਹ ਰਾਜੇ ਦਸ਼ਰਥ ਦੀ ਤੀਸਰੀ ਰਾਣੀ ਸੁਮਿਤਰਾ ਤੋਂ ਇਹ 2 ਪੁੱਤਰ ਹੋਏ ਲਛਮਨ ਤੇ ਸ਼ਤਰੂਘਨ। ਕਾਮ ਸਮਾਨ ਰੂਪ ਜਿਨ ਕੇਰੇ। ਵਰਦਾਨਿਆ ਜਿਨ੍ਹਾਂ 4 ਪੁੱਤਰਾਂ ਦੇ ਇਹ ਰਾਜੇ ਦਸ਼ਰਥ ਦੇ 4 ਪੁੱਤਰਾਂ ਦੇ ਜਿਹੜੇ ਰੂਪ ਸਨ ਕਾਮਦੇਵ ਦੇ ਸਮਾਨ ਬੜੇ ਸੁੰਦਰ ਸੋਹਣੇ ਸੀ। ਖੇਲਤ ਹੋਤ ਸਰੀਰ ਵਡੇਰੇ। ਖੇਲਦਿਆਂ ਖੇਲਦਿਆਂ ਇਹਨਾਂ ਦੇ ਸਰੀਰ ਜਿਹੜੇ ਵੱਡੇ ਹੁੰਦੇ ਗਏ। ਵਿਸ਼ਵਾਮਿੱਤਰ ਹੋਤ ਮਨ ਰਾਈ। ਉਸੇ ਸਮੇਂ ਇੱਕ ਵਿਸ਼ਵਾਮਿੱਤਰ ਮੁਨੀਆਂ ਦਾ ਰਾਜਾ ਸੀ। ਜਗ ਕਰਨ ਤਿਨ ਸੌਜ ਬਨਾਈ। ਆ ਜਗ ਕਰਨ ਵਾਸਤੇ ਉਹਨੇ ਜਿਹੜੀ ਸਮੱਗਰੀ ਤਿਆਰ ਕਰਕੇ ਬਣਵਾਈ। ਬਿਗਨ ਕੀਨਾ ਤਬ ਦੈਂਤਨ ਆਈ। ਤਦੋਂ ਜਿਹੜੇ ਦੈਂਤ ਉਹ ਆ ਕੇ ਜਗ ਵਿੱਚ ਵਿਘਨ ਕਰਦੇ ਸੀ, ਹਟ ਜੇ ਸੁੱਟ ਜਾਂਦੇ ਸਨ। ਮਖ ਕਰਨੇ ਤੇ ਦੀਨ ਹਟਾਈ। ਜਿਸ ਕਰਕੇ ਵਿਸ਼ਵਾਮਿੱਤਰ ਰਾਜੇ ਨੂੰ ਜਗ ਕਰਨ ਤੋਂ ਉਹਨਾਂ ਹਟਾ ਦਿੱਤਾ ਸੀ। ਬੈਠ ਮਨੀਸ਼ਰ ਕੀਨਾ ਧਿਆਨਾ। ਵਿਸ਼ਵਾਮਿੱਤਰ ਦੀ ਗਿਆਨ ਦੀ ਅੱਖ ਖੁੱਲੀ ਹੋਈ ਸੀ, ਜਿਸ ਕਰਕੇ ਉਹ ਰਿਸ਼ੀ ਮੁਨੀਆਂ ਦੇ ਵੱਡੇ ਈਸ਼ਰ ਵਿਸ਼ਵਾਮਿੱਤਰ ਨੇ ਬੈਠ ਕੇ ਚੌਂਕੜਾ ਮਾਰ ਕੇ ਧਿਆਨ ਲਾਉਣਾ ਕੀਤਾ। ਜਗਤ ਸਰਬ ਬਿਰਤੰਤ ਪਛਾਨਾ। ਸਾਰੇ ਸੰਸਾਰ ਦਾ ਜਿਹੜਾ ਪ੍ਰਸੰਗ ਹੈ ਬਿਰਤਾਂਤ ਉਹ ਪਛਾਣ ਲਿਆ ਧਿਆਨ ਲਾ ਕੇ। ਰਾਵਣ ਤੇ ਦੇਵਨ ਦੁਖ ਪਾਈ। ਕੀ ਧਿਆਨ ਲਾ ਕੇ ਦੇਖਿਆ ਵੀ ਜਿਹੜਾ ਰਾਵਣ ਹੈ ਉਸ ਤੋਂ ਦੇਵਤੇ ਦੁੱਖ ਪਾ ਰਹੇ ਹਨ। ਗਏ ਅਕਾਲ ਪੁਰਖ ਸਰਨਾਈ। ਜਿਸ ਕਰਕੇ ਸਾਰੇ ਜਿਹੜੇ ਦੈਂਤ ਦੇਵਤੇ ਸਨ ਉਹ ਅਕਾਲ ਪੁਰਖ ਕਹੀਏ ਵਿਸ਼ਨੂੰ। ਇੱਥੇ ਅਕਾਲ ਪੁਰਖ ਤੋਂ ਵਿਸ਼ਨੂੰ ਜੀ ਦਾ ਅਰਥ ਲਾਉਣਾ ਹੈ ਵੀ ਵਿਸ਼ਨੂੰ ਭਗਵਾਨ ਦੀ ਸ਼ਰਨ ਗਏ। ਭਾਖ ਪ੍ਰਸੰਸਾ ਬਿਨਤੀ ਕੀਨੇ। ਉੱਥੇ ਜਾ ਕੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ
ਐਵੇਂ ਪ੍ਰਸ਼ੰਸਾ ਕਹੀ ਕੀਤੀ ਹੈ ਤੇ ਬਹੁਤ ਬੇਨਤੀਆਂ ਕੀਤੀਆਂ। ਸ੍ਰੀ ਕਰਤਾਰ ਸਰਬ ਜਬ ਚੀਨੀ। ਸੋਭਾ ਵਾਲੇ ਕਰਤਾਰ ਜੋ ਵਿਸ਼ਨੂੰ ਜੀ ਹੈ, ਉਹਨਾਂ ਨੇ ਦੇਵਤਿਆਂ ਦੀ ਸਭ ਤਰ੍ਹਾਂ ਨਾਲ ਜਿਹੜੀ ਪੀੜਾ ਹੈ ਬਿਰਥਾ ਜਾਣੀ। ਤਬ ਸ੍ਰੀ ਵਿਸ਼ਨ ਧਰਿਓ ਅਵਤਾਰਾ। ਤਦੋਂ ਸੋਭਾ ਵਾਲੇ ਵਿਸ਼ਨੂੰ ਭਗਵਾਨ ਜੀ ਨੇ ਸ਼੍ਰੀ ਰਾਮਚੰਦਰ ਜੀ ਦਾ ਅਵਤਾਰ ਧਾਰ ਲਿਆ। ਦੈਂਤ ਸਰਬ ਕੋ ਕਰਹਿ ਸੰਘਾਰਾ। ਵੀ ਉਹ ਦੈਂਤਾਂ ਸਾਰਿਆਂ ਦਾ ਸੰਘਾਰ ਕਰਨਗੇ। ਕਰ ਕਾ ਧਿਆਨ ਲਖਿਓ ਅਸ ਜਬ ਹੀ। ਜਦੋਂ ਵਿਸ਼ਵਾਮਿੱਤਰ ਜੀ ਨੇ ਐਸਾ ਧਿਆਨ ਕਰਕੇ ਜਾਣਿਆ ਸਮਝਿਆ, ਆਇਓ ਅਯੁੱਧਿਆ ਮੁਨੀਵਰ ਤਬ ਹੀ। ਇਹਨੂੰ ਪਤਾ ਸੀ ਵੀ ਹੁਣ ਉਹ ਅਵਤਾਰ ਹੋ ਗਿਆ ਵਿਸ਼ਨੂੰ ਜੀ ਦਾ ਰਾਮ ਰੂਪ ਵਿੱਚ। ਤੇ ਉਸੇ ਵੇਲੇ ਮੁਨੀਆਂ ਦਾ ਸ੍ਰੇਸ਼ਟ ਮੁਨੀ ਜੋ ਵਿਸ਼ਵਾਮਿੱਤਰ ਅਯੁੱਧਿਆ ਨਗਰੀ ਵਿੱਚ ਆਇਆ। ਨ੍ਰਿਪ ਨੈਸਨ ਮਾਨਿਓ ਕਰ ਬੰਦਨਾ। ਦਸ਼ਰਥ ਰਾਜੇ ਨੇ ਵਿਸ਼ਵਾਮਿੱਤਰ ਜੀ ਨੂੰ ਮੱਥਾ ਟੇਕਣਾ ਕੀਤਾ। ਮੱਥਾ ਟੇਕ ਕਰਕੇ ਬਹੁਤ ਸਨਮਾਨਿਆ ਸਤਿਕਾਰਿਆ। ਕੀਨਾ ਜਾਚਨ ਜੇਸ਼ਟ ਨੰਦਨਾ। ਤੇ ਜੋ ਇਹ ਵਿਸ਼ਵਾਮਿੱਤਰ ਸੀ ਨੇ ਆਪਣੇ ਜੱਗ ਦੀ ਨਿਰਵਿਘਨਤਾ ਦੇ ਸਹਿਤ ਸੰਪੂਰਨਤਾ ਹੋਵੇ, ਇਸੇ ਕਰਕੇ ਜਿਹੜਾ ਹੈ ਵੀ ਇਹ ਵਿਸ਼ਵਾਮਿੱਤਰ ਨੇ ਦਸ਼ਰਥ ਰਾਜ ਦਾ ਪੁੱਤਰ ਸੀ ਵੱਡਾ ਰਾਮਚੰਦਰ ਜੀ, ਉਹਨੂੰ ਮੰਗਣਾ ਕੀਤਾ। ਲੈ ਨ੍ਰਿਪ ਤੇ ਰਗਬਰ ਬਰਿਆਈ। ਰਾਜਾ ਜਿਹੜਾ ਦਿੰਦਾ ਨਹੀਂ ਸੀ, ਪਰ ਮੱਲੋ ਮੱਲੀ ਜੋਰੋ ਜੋਰੀ ਰਾਮਚੰਦਰ ਜੀ ਨੂੰ ਦਸ਼ਰਥ ਰਾਜੇ ਤੋਂ ਲੈ ਲਿਆ ਵਿਸ਼ਵਾਮਿੱਤਰ ਨੇ। ਆਸ਼ਰਮ ਗਮਨਿਓ ਹਰਖ ਬੜਾਈ। ਜਿੱਥੇ ਦਾ ਆਸ਼ਰਮ ਟਿਕਾਣਾ ਹੈ ਸੀ, ਖੁਸ਼ੀ ਪ੍ਰਸੰਨਤਾ ਵਧਾ ਕੇ ਤੇ ਚੱਲ ਪਿਆ। ਮਾਰਗ ਵਿਖੈ ਤਾਰਕਾ ਮਾਰੀ। ਜਦੋਂ ਰਾਮਚੰਦਰ ਜੀ ਰਸਤੇ ਵਿੱਚ ਜਾ ਰਹੇ ਸਨ ਤੇ ਰਾਹ ਵਿੱਚ ਹੀ ਤਾਰਕਾ ਨਾਮੀ ਰਾਖਸ਼ਣੀ ਮਾਰ ਸੁੱਟੀ। ਦੋਏ ਦੈਂਤ ਆਏ ਬਲ ਭਾਰੀ। ਫਿਰ ਦੋ ਦੈਂਤ ਜਿਹੜੇ ਬਹੁਤ ਭਾਰੀ ਬਲ ਵਾਲੇ ਆ ਗਏ। ਬਿਨ ਫਰ ਸਰ ਮਰੀਚ ਕਾ ਮਾਰਾ। ਤੇ ਉਸ ਵੇਲੇ ਰਾਮਚੰਦਰ ਜੀ ਨੇ ਨੋਕ ਤੋਂ ਬਿਨਾਂ ਜਿਹੜਾ ਤੀਰ ਹੈ ਉਸ ਨਾਲ ਮਰੀਚ ਕੈ ਦੈਂਤ ਨੂੰ ਮਾਰਿਆ। ਜਾਏ ਪਰਿਓ ਲੰਕਾ ਕੇ ਦੁਆਰਾ। ਉਹ ਜਿਹੜਾ ਮਰੀਚਕ ਦੈਂਤ ਸੀ ਉਹ ਲੰਕਾ ਦੇ ਦਵਾਰ ਤੇ ਜਾ ਪਿਆ, ਡਿੱਗਾ ਸੀ। ਹਨਿਓ ਸੋ ਬਾਹੋ ਰਾਮ ਪੁਨ ਤੂਰਨਾ। ਫਿਰ ਬਾਹੂ ਨਾਮ ਦਾ ਦੈਂਤ ਉਸ ਨੂੰ ਰਾਮਚੰਦਰ ਜੀ ਨੇ ਬੜੀ ਛੇਤੀ ਖਤਮ ਕੀਤਾ, ਮਾਰਿਆ। ਰਿਖਵਰ ਕੀਨਾ ਮਖ ਸੰਪੂਰਨਾ। ਇਸ ਤਰ੍ਹਾਂ ਜੋ ਵਿਘਨ ਪਾਉਂਦੇ ਸਨ ਵਿਸ਼ਵਾਮਿੱਤਰ ਦੇ ਜੱਗ ਵਿੱਚ, ਤੇ ਵਿਸ਼ਵਾਮਿੱਤਰ ਦੇ ਜੱਗ ਨੂੰ ਰਾਮਚੰਦਰ ਜੀ ਨੇ ਐਵੇਂ ਸੰਪੂਰਨ ਕੀਤਾ ਸੀ। ਤਿਹ ਸ਼ਿਨ ਜਨਕ ਦੂਤ ਚਲ ਆਵਾ। ਉਸ ਸਮੇਂ ਜਿਹੜਾ ਜਨਕ ਰਾਜਾ ਹੈ ਤੇ ਉਹਦੇ ਦੂਤ ਜਿਹੜੇ ਉਹ ਚੱਲ ਕੇ ਆ ਗਏ। ਸੁਤਾ ਸਯੰਬਰ ਜਾਹਿਰ ਚਾਵਾ। ਜਿਸ ਜਨਕ ਰਾਜੇ ਨੇ ਆਪਣੀ ਪੁੱਤਰੀ ਸੀਤਾ ਦੇ ਸ਼ਾਦੀ ਵਾਸਤੇ ਸਵੰਬਰ ਰਚਿਆ ਹੋਇਆ ਸੀ, ਭਾਵ ਰਾਜੇ ਜੀ ਕਿੰਨੇ ਇਕੱਠੇ ਕੀਤੇ ਸਵੰਬਰ ਰਚਿਆ ਕਿ ਜਿਹੜੀ ਮੇਰੀ ਪੁੱਤਰੀ ਹੈ ਉਹ ਆਪਣੇ ਪਤੀ ਨੂੰ ਆਪ ਚੁਣੇ ਵੀ ਕਿਸ ਨਾਲ ਸ਼ਾਦੀ ਕਰਨੀ ਹੈ। ਜਿਸ ਕਰਕੇ ਸਵੰਬਰ ਰਚਿਆ, ਬੜੇ ਰਾਜੇ ਇਕੱਠੇ ਕੀਤੇ ਸੀ। ਇਹ ਜਨਕ ਰਾਜੇ ਨੇ ਲੀਨ ਮੁਨੀ ਸੰਗ ਦੋਨੋਂ ਭਾਈ। ਇੱਧਰ ਵਿਸ਼ਵਾਮਿੱਤਰ ਜੀ ਨੇ ਮੁਨੀ ਨੇ ਦੋਵੇਂ ਭਰਾ ਲਛਮਣ ਤੇ ਰਾਮਚੰਦਰ ਜੀ ਨੂੰ ਨਾਲ ਲੈ ਲਿਆ। ਗਇਓ ਵਿਦੇਹ ਨਗਰ ਜਿਹ ਥਾਈ। ਜਿਸ ਤਾਂ ਵਿਦੇਹ ਮੁਕਤ ਜੋ ਜਨਕ ਰਾਜਾ ਸੀ ਦੀ ਨਗਰੀ ਮਿਥਲਾਪੁਰੀ ਸੀ, ਉੱਥੇ ਚਲਾ ਗਿਆ। ਤਹ ਬਹੁ ਭੂਪਨ ਭਇਓ ਸਮਾਜਾ। ਉੱਥੇ ਬਹੁਤ ਰਾਜਿਆਂ ਦਾ ਇਕੱਠ ਸਮਾਜ ਹੋਇਆ ਸੀ ਸੀਤਾ ਨੂੰ ਵਿਆਹੁਣ ਵਾਸਤੇ। ਧਨ ਤੋਰਨ ਕੋ ਸਰਿਓ ਨਾ ਕਾਜਾ। ਉੱਥੇ ਸ਼ਰਤ ਰੱਖੀ ਹੋਈ ਸੀ ਵੀ ਜਿਹੜਾ ਆ ਸ਼ਿਵ ਜੀ ਦਾ ਧਨਖ ਹੈ ਇਹਨੂੰ ਜਿਹੜਾ ਤੋੜੇਗਾ ਵੀ ਉਹਦੇ ਨਾਲ ਸੀਤਾ ਮਾਤਾ ਦੀ ਜਿਹੜੀ ਸ਼ਾਦੀ ਕੀਤੀ ਜਾਏਗੀ। ਇਹ ਧਨਖ ਤੋੜਦਾ, ਜਿਸ ਕਰਕੇ ਕਿਸੇ ਉਹ ਕੰਮ ਨਾ ਸਰਿਆ, ਪੂਰਾ ਨਾ ਹੋਇਆ। ਤੇ ਕਈ ਥਾਵਾਂ 'ਤੇ ਉਹ ਇਵੇਂ ਪ੍ਰਸੰਗ ਆਉਂਦਾ ਵੀ ਜਿਹੜਾ ਸੀ ਇਹ ਕਿਹਾ ਹੋਇਆ ਸੀ ਵੀ ਇਹ ਜਿਹੜਾ ਧਨਖ ਨੂੰ ਚੁੱਕੇ ਤੇ ਉਸ ਨਾਲ ਸੀਤਾ ਦੀ ਜਿਹੜੀ ਸ਼ਾਦੀ ਕੀਤੀ ਜਾਏਗੀ। ਤਾਂ ਕਿਸੇ ਕੋਲ ਚੁੱਕਿਆ ਨਹੀਂ ਸੀ ਜਾਂਦਾ। ਉਹ ਵਾਲਮੀਕੀ ਰਾਮਾਇਣ ਦੇ ਵਿੱਚ
ਵਾਲਮੀਕ ਦੇ ਕਾਂਡ ਪਹਿਲੇ ਵਿੱਚ ਅਧਿਆਇ 67ਵਾਂ ਹੈ। ਉਹਦੇ ਵਿੱਚ ਦੱਸਿਆ ਵੀ ਇਹ ਧਨਖ ਬੜਾ ਭਾਰੀ ਸੀ। ਜਦੋਂ ਇਹ ਜਨਕ ਰਾਜਾ ਉਹ ਸਫਾਈ ਕਰਾਉਂਦਾ ਹੁੰਦਾ ਸੀ ਅਤੇ ਧਨਖ ਨੂੰ ਇੱਧਰ ਉੱਧਰ ਕਰਨਾ ਹੁੰਦਾ, ਕਹਿੰਦੇ ਵੀ 5000 ਜਿਹੜਾ ਬੰਦਾ ਲੱਗਦਾ ਸੀ ਉਹਨੂੰ ਅੱਗੇ ਪਿੱਛੇ ਕਰਨ ਵਾਸਤੇ। ਪਰ ਇੱਧਰ ਜੋ ਜਨਕ ਰਾਜੇ ਦੀ ਪੁੱਤਰੀ ਸੀਤਾ ਮਾਤਾ ਸੀ, ਉਹ ਜਦੋਂ ਸਫਾਈ ਕਰਿਆ ਕਰਨੀ, ਝਾੜੂ ਮਾਰਿਆ ਕਰਨਾ, ਤੇ ਚੀਜੀ ਨਾਲ ਹੀ ਚੁੱਕ ਕੇ ਉਹ ਧਨਖ ਨੂੰ ਇੱਧਰ ਉੱਧਰ ਕਰਕੇ ਰੱਖ ਦਿਆ ਕਰਨਾ। ਜਦੋਂ ਇਹ ਜਨਕ ਨੇ ਵੇਖ ਲਿਆ, ਕਹਿੰਦਾ ਵੀ ਜਿਸ ਤਰ੍ਹਾਂ ਮੇਰੀ ਪੁੱਤਰੀ ਆ ਚੀਜੀ ਨਾਲ ਚੁੱਕ ਕੇ ਬਾਲਾ ਕੱਢ ਦਿੰਦੀ ਹੈ ਧਨਖ ਦਾ, ਇਸੇ ਤਰ੍ਹਾਂ ਦਾ ਜਿਹੜਾ ਬਲੀ ਹੋਵੇਗਾ ਉਹਦੇ ਨਾਲ ਹੀ ਮੈਂ ਆਪਣੀ ਪੁੱਤਰੀ ਦੀ ਸ਼ਾਦੀ ਕਰਾਂਗਾ। ਜਿਸ ਕਰਕੇ ਫਿਰ ਇਹਨੇ ਸਵੰਬਰ ਉਹ ਰਾਜੇ ਸੱਦੇ ਬਿਠਾਏ ਵੀ ਐਸਾ ਬਲੀ ਦੇਖਿਆ ਜਾਏ ਜਿਸ ਕਰਕੇ ਸੀਤਾ ਦੀ ਸ਼ਾਦੀ ਕੀਤੀ ਜਾਏ। ਜਦੋਂ ਰਾਜੇ ਇਕੱਠੇ ਹੋਏ, ਉੱਥੇ ਰਾਵਣ ਵੀ ਆਇਆ ਸੀ। ਇੱਥੇ ਉਹ ਪ੍ਰਸੰਗ ਸੰਪੂਰਨ ਨਹੀਂ ਹੈ, ਔਰ ਰਾਮਾਇਣ 'ਚ ਆ ਜਾਂਦਾ ਹੈ ਸੰਪੂਰਨ। ਅਤੇ ਰਾਵਣ ਵੀ ਆਇਆ ਕਿਉਂਕਿ ਇਹਨੇ ਖਿਆਲ ਕੀਤਾ ਕਿ ਮੈਂ ਜਿਹੜਾ ਸੀਤਾ ਨੂੰ ਵਿਆਹ ਲਵਾਂ। ਅਤੇ ਇਹ ਵੀ ਇੱਥੇ ਆਉਣ ਤੋਂ ਪਹਿਲਾਂ ਇਹਨੇ ਆਪਣੇ ਸ਼ਿਵਜੀ ਗੁਰੂ ਨੂੰ ਮਨਾਇਆ। ਸ਼ਿਵਜੀ ਜੀ ਦਾ ਉਪਾਸਕ ਸੀ ਰਾਵਣ। ਇਹਨੇ ਮਨਾਇਆ ਵੀ ਮਹਾਰਾਜ ਐਵੇਂ ਮੈਂ ਸੀਤਾ ਨੂੰ ਜ਼ਰੂਰ ਵਿਆਹੁਣਾ, ਅਤੇ ਉੱਥੇ ਸ਼ਰਤ ਰੱਖੀ ਗਈ ਆ ਵੀ ਇਹ ਧਨਖ ਜਿਹੜਾ ਚੁੱਕੇਗਾ ਉਹਦੇ ਨਾਲ ਉਹਦੀ ਸ਼ਾਦੀ ਹੋਏਗੀ। ਅਤੇ ਮੈਂ ਸੀਤਾ ਨਾਲ ਸ਼ਾਦੀ ਕਰਨਾ ਚਾਹੁੰਦਾ, ਆਪ ਜੀ ਐਸਾ ਵਰ ਦੇ ਦਿਓ ਮੈਨੂੰ ਜਿਸ ਕਰਕੇ ਮੈਂ ਧਨਖ ਚੱਕ ਸਕਾਂ, ਮੇਰੀ ਬੇਇੱਜ਼ਤੀ ਨਾ ਹੋ ਜਾਏ। ਅਤੇ ਸ਼ਿਵ ਜੀ ਕਹਿਣ ਲੱਗੇ ਵੀ ਠੀਕ ਹੈ ਰਾਵਣ, ਤੂੰ ਇੱਕ ਵਾਰ ਇਹ ਧਨਖ ਨੂੰ ਚੁੱਕ ਲਏਗਾ। ਇਹ ਸੁਣ ਕੇ ਤੇ ਬੜਾ ਖੁਸ਼ ਹੋਇਆ, ਵਾਪਸ ਆ ਗਿਆ। ਜਿੱਥੇ ਹੁਣ ਇਹ ਸਵੰਬਰ ਰਚਿਆ ਸੀ, ਰਾਜੇ ਇਕੱਠੇ ਹੋਏ ਸੀ, ਅਤੇ ਉਹ ਸਭ ਕੁਝ ਕੱਲ੍ਹ ਦੇ ਦਿਨ ਕਰਨਾ ਸੀ, ਅਗਲੇ ਦਿਨ। ਇਹਦੇ ਮਨ ਵਿੱਚ ਇਹ ਗੱਲ ਆਈ ਵੀ ਆਹ ਜਿਹੜਾ ਧਨਖ ਹੈ ਇਹਨੂੰ ਮੈਂ ਚੁੱਕ ਕੇ ਪਹਿਲਾਂ ਹੀ ਵੇਖ ਲਵਾਂ, ਕਿਤੇ ਇਹ ਨਾ ਹੋਵੇ ਕੱਲ੍ਹ ਮੇਰੀ ਬੇਇੱਜ਼ਤੀ ਹੋ ਜਾਂਦੀ ਹੋਵੇ। ਭੋਲੇਨਾਥ ਦੀ ਕਿਹੜੀ ਗੱਲ ਹੈ, ਭੰਗ ਸੁੱਖਾ ਪੀ ਕੇ ਨਾ ਕਿਤੇ ਕਹਿ ਦਿੱਤਾ ਹੋਵੇ ਅਤੇ ਬਾਅਦ ਵਿੱਚ ਚੁੱਕਿਆ ਹੀ ਨਾ ਜਾਵੇ ਅਤੇ ਬੇਇੱਜ਼ਤੀ ਹੁੰਦੀ ਹੋਵੇ ਸਾਰਿਆਂ ਵਿੱਚ। ਜਿਸ ਕਰਕੇ ਫਿਰ ਰਾਤ ਚੋਰੀ ਗਿਆ, ਅਤੇ ਉਹ ਜਿਹੜਾ ਧਨਖ ਨੇ ਹੱਥ ਪਾਇਆ। ਜਦੋਂ ਹੱਥ ਪਾਇਆ ਤਾਂ ਉਸੇ ਵੇਲੇ ਚੁੱਕ ਲਿਆ, ਬਾਲਾ ਕੱਢ ਦਿੱਤਾ। ਬੜਾ ਖੁਸ਼ ਹੋਇਆ, ਕਹਿੰਦਾ ਵੀ ਇਹ ਕਿਹੜੀ ਗੱਲ ਹੈ, ਆਹ ਸਵੇਰੇ ਤਾਂ ਮੈਂ ਇਹਦੇ ਕੱਢ ਦੂੰ ਬਾਲੇ, ਵੇਖਿਓ ਮੈਂ ਕਿਵੇਂ ਜਿਹੜਾ ਮੈਂ ਹੀ ਸੀਤਾ ਨੂੰ ਵਿਆਹਾਂਗਾ। ਉਹ ਹੁਣ ਵਰ ਤੇ ਦਿੱਤਾ ਸੀ ਵੀ ਇੱਕ ਵਾਰ ਤੂੰ ਚੁੱਕ ਲਏਗਾ, ਪਰ ਇਹਨੇ ਉਹ ਗੱਲ ਘੋਖੀ ਵਿਚਾਰੀ ਨਹੀਂ। ਅਤੇ ਫਿਰ ਆ ਗਿਆ ਅਗਲਾ ਦਿਨ, ਜਦੋਂ ਆਇਆ ਅਤੇ ਇਹਦੀ ਵਾਰੀ ਆਈ, ਇਹਨੇ ਧਨਖ ਚੁੱਕਣ ਪਿਆ ਵੀ ਮੈਂ ਚੁੱਕ ਹੀ ਲੈਣਾ, ਚੁੱਕਿਆ ਨਾ ਗਿਆ। 2 ਕੁ ਵਾਰ ਜ਼ੋਰ ਲਾਇਆ, ਫਿਰ ਪਿੱਛੇ ਕੀਤਾ, ਪਿੱਛੇ ਹਟ। ਫਿਰ ਬੜਾ ਰਾਵਣ ਜਿਹੜਾ ਗੁੱਸੇ ਜਿਹੇ 'ਚ ਆ ਕੇ ਪਿੱਛੇ ਹਟ ਗਿਆ। ਦੂਜੇ ਰਾਜਾ ਨੇ ਬੜਾ ਜ਼ੋਰ ਲਾਇਆ, ਕਿਸੇ ਕੋ ਚੁੱਕਿਆ ਨਾ ਗਿਆ। ਫਿਰ ਵਿਸ਼ਵਾਮਿੱਤਰ ਜੀ ਨੇ ਇਸ਼ਾਰਾ ਜਿਹਾ ਕੀਤਾ ਭਗਵਾਨ ਰਾਮ ਚੰਦਰ ਜੀ ਨੂੰ ਵੀ ਰਾਮ ਜੀ ਤੁਸੀਂ ਵੀ ਅੱਗੇ ਆਓ, ਤੁਸੀਂ ਤ੍ਰੇਤੇ ਯੁੱਗ ਵਿੱਚ ਰਾਜੇ ਵੀ ਹੋ, ਫਿਰ ਤੁਸੀਂ ਜਿਹੜਾ ਹੈ ਤ੍ਰੇਤੇ ਯੁੱਗ ਦੇ ਅਵਤਾਰ ਹੋ, ਅਤੇ ਆਪ ਜੀ ਅੱਗੇ ਆਓ, ਆਪ ਕਾਹਨੂੰ ਪਿੱਛੇ ਖੜ੍ਹੇ ਹੋ। ਫਿਰ ਜਦੋਂ ਰਾਮ ਚੰਦਰ ਭਗਵਾਨ ਜੀ ਆਏ ਅਤੇ ਉਹ ਧਨਖ ਜਿਹੜਾ ਚੁੱਕਿਆ, ਝਾਟੀ ਉਹਦਾ ਬਾਲਾ ਜਿਹਾ ਕੱਢ ਦਿੱਤਾ, ਅਤੇ ਫਿਰ 7 ਟੋਟੇ ਕੀਤੇ ਧਨਖ ਦੇ। ਜਦੋਂ ਧਨਖ ਤੋੜ ਦਿੱਤਾ, ਅਤੇ ਰਾਵਣ ਜਿਹੜਾ ਹੈ ਉਹ ਵੀ ਉੱਥੇ ਖਲੋਤਾ ਸੀ। ਬੜਾ ਔਖਾ ਹੋਇਆ, ਕਹਿੰਦਾ ਵੀ ਮੇਰੇ ਗੁਰੂ ਸ਼ਿਵ ਜੀ ਦਾ ਇਹਨੇ ਧਨਖ ਤੋੜਿਆ, ਮੈਂ ਬਦਲਾ ਲਵਾਂਗਾ, ਅਤੇ ਜਾਂ ਵੀ ਇਸ ਨੇ ਮੇਰੀ ਜਿਹੜੀ ਵਿਹਾਂਦੜ ਹੈ ਵੀ ਜੇ ਨਾ ਮੈਂ ਵਿਆਹ ਕਰਾਉਣਾ ਸੀ ਸੀਤਾ, ਇਹ ਉਹਦੇ ਨੂੰ ਵਰ ਕੇ ਲੈ ਚੱਲਿਆ, ਅਤੇ ਮੈਂ ਬਦਲਾ ਲਵਾਂਗਾ। ਇਸ ਤਰ੍ਹਾਂ ਉਹ ਪ੍ਰਸੰਗ ਵਾਲਮੀਕੀ ਰਾਮਾਇਣ 'ਚ ਆਉਂਦਾ। ਇੱਥੇ ਥੋੜ੍ਹਾ ਸੰਖੇਪ ਵਿੱਚ ਆਇਆ ਹੈ। ਉਹ ਟੂਕ ਮਾਤਰ ਹੀ ਕਵੀ ਜੀ ਨੇ ਲਿਖਿਆ ਵੀ ਧਨ ਜੋ ਸ਼ਿਵ ਜੀ ਦਾ ਧਨਖ ਸੀ ਉਹ ਤੋੜਨਾ, ਵੀ ਤੋੜਨਾ ਇਹਨੂੰ ਜਿਹੜਾ ਤੋੜ ਦੇਵੇਗਾ ਜਾਂ ਚੱਕ ਲਏਗਾ,
ਤੇ ਉਹਦੇ ਨਾਲ ਸੀਤਾ ਦੀ ਸ਼ਾਦੀ ਕੀਤੀ ਜਾਏਗੀ, ਜਿਸ ਕਰਕੇ ਕਿਸੇ ਰਾਜੇ ਕੋ ਕੰਮ ਸਰਿਆ ਨਾ ਪੂਰਾ ਨਾ ਹੋਇਆ। ਮਨ ਰਜਾਏ ਤੇ ਉਠੇ ਰਘੁਵੀਸਾ। ਫਿਰ ਵਿਸ਼ਵਾਮਿੱਤਰ ਜੀ ਨੇ ਇਸ਼ਾਰਾ ਕੀਤਾ ਤੇ ਉਹਨਾਂ ਦੀ ਆਗਿਆ ਨਾਲ ਸ਼੍ਰੀ ਰਾਮਚੰਦਰ ਭਗਵਾਨ ਜੀ ਉੱਠੇ। ਭੰਜਿਓ ਚਾਪ ਹੈ ਬਿਖਤ ਨਰੇਸਾ। ਇਹ ਜਿੰਨੇ ਰਾਜੇ ਰਾਵਣ ਹੋਣੀ ਬੈਠੇ ਸੀ ਸਾਰੇ ਇਹਨਾਂ ਦੇ ਵੇਖਦਿਆਂ ਧਨਕ ਜਾ ਚੁੱਕ ਕੇ ਉਹਦੇ 7 ਟੋਟੇ ਕਰਕੇ ਭੰਨ ਤੋੜ ਦਿੱਤਾ। ਜਨਕ ਸੁਤਾ ਸੀਤਾ ਜਿਹ ਨਾਮ। ਰਾਜੇ ਜਨਕ ਦੀ ਜੋ ਪੁੱਤਰੀ ਹੈ ਸੀਤਾ ਮਾਤਾ, ਜਿਸ ਦਾ ਨਾਮ ਸੀ ਫੂਲ ਮਾਲ ਡਾਰੀ ਗਰ ਨਾਮ। ਉਸੇ ਵੇਲੇ ਇਹ ਕੁਝ ਦੇਖ ਕੇ ਸ਼੍ਰੀ ਰਾਮਚੰਦਰ ਭਗਵਾਨ ਜੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਦਿੱਤੀ। ਬਾਹਰ ਦਸਰਥ ਲੀਨ ਬੁਲਾਈ। ਫਿਰ ਮਰਦਾਨਿਆ ਜੋ ਦਸ਼ਰਥ ਰਾਜਾ ਸੀ ਉਸ ਨੂੰ ਇਹ ਜਿਹੜਾ ਜਨਕ ਰਾਜਾ ਨੇ ਬੁਲਾ ਲਿਆ ਵੀ ਬਰਾਤ ਲੈ ਕੇ ਆਓ। ਸਾਜ ਬਰਾਤ ਆਏ ਤਿਹ ਥਾਈ। ਜਿਸ ਕਰਕੇ ਦਸ਼ਰਥ ਰਾਜਾ ਬਰਾਤ ਵਿੱਚ ਸਜ ਧੱਜ ਕੇ ਤਿਆਰੀਆਂ ਨਾਲ ਉਸ ਮਿਥਿਲਾਪੁਰੀ ਦੇ ਸਥਾਨ ਤੇ ਆ ਗਏ। ਚਾਰ ਪੁੱਤਰ ਕੋ ਕੀਨ ਵਿਵਾਹ। ਤੇ ਆਪਣੇ ਚਾਰੇ ਪੁੱਤਰਾਂ ਦਾ ਭਰਤ ਸ਼ਤਰੂਕਨ ਇਤਿਆਦਿਕ ਚਾਰ ਪੁੱਤਰ ਕੋ ਕੀਨ ਵਿਵਾਹ। 4 ਪੁੱਤਰਾਂ ਦਾ ਨਹੀਂ ਭਾਵ 4 ਪੁੱਤਰੀਆਂ ਦਾ ਹੈ ਜਿਹੜਾ ਇਹਨੇ ਜਨਕ ਰਾਜੇ ਨੇ ਵਿਆਹ ਕੀਤਾ ਸੀ। ਉਵੇਂ ਵਿਚਾਰ ਆਉਂਦੀ ਹੈ ਵੀ 5ਵੀਂ ਜਿਹੜੀ ਇਹਦੇ ਭਰਾ ਦੀ ਜਿਹੜੀ ਧੀ ਸੀ ਚੰਦਰ ਭਗਾ, ਸੋ ਰਹੋ ਵਿਚਾਰ ਵੀ ਐਵੇਂ 4 ਪੁੱਤਰੀਆਂ ਦਾ ਇਹਨੇ ਵਿਆਹ ਕੀਤਾ ਸੀ। ਭਾਤ ਸ਼ੇਨ ਅਤਸਾ ਉਤਸਾਹ। ਉਸ ਸਮੇਂ ਬਹੁਤ ਜਿਹੜਾ ਉਤਸ਼ਾਹ ਹੋਇਆ। ਨਗਰ ਅਯੁੱਧਿਆ ਪੁਨ ਚਲ ਆਏ। ਸ਼੍ਰੀ ਰਾਮਚੰਦਰ ਭਗਵਾਨ ਜੀ ਸ਼ਾਦੀ ਕਰਕੇ ਅਯੁੱਧਿਆ ਨਗਰ ਨੂੰ ਫਿਰ ਵਾਪਸ ਚੱਲ ਆਏ। ਕੇਤਕ ਦਿਵਸ ਬਸ ਜਬੈ ਬਿਤਾਏ। ਕੁਝ ਕੁ ਦਿਨ ਜਦੋਂ ਇੱਥੇ ਅਯੁੱਧਿਆ ਨਗਰੀ ਵਿੱਚ ਸ਼ਾਦੀ ਕਰਕੇ ਬਿਤਾਏ ਲੰਘਾਏ ਸੀ। ਭਰਤ ਵਿਦੇਸ਼ ਕੀਨ ਤਬ ਗਵਨੰ। ਜੋ ਛੋਟਾ ਭਰਾ ਭਰਤ ਹੈ ਕੈਕਈ ਦਾ ਪੁੱਤਰ, ਉਸ ਨੇ ਹੋਰ ਦੇਸ਼ ਭਾਵ ਆਪਣੇ ਨਾਨਕੇ ਕਸ਼ਮੀਰ ਨੂੰ ਜਾਣਾ ਕੀਤਾ। ਰਘੁਬਰ ਰੁਚਿਰ ਬਿਰਾਜਹ ਭਵਨੰ। ਇੱਧਰੋਂ ਸ਼੍ਰੀ ਰਾਮਚੰਦਰ ਜੋ ਸੋਹਣੇ ਸਰੂਪ ਵਾਲੇ, ਸੋਹਣੇ ਨੱਕ ਦੇ ਨਮਣੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ, ਤਿਰਬੰਕੇ ਲੋਇਨ ਦੰਤ ਰਸਾਲਾ, ਸੋਹਣੇ ਸਰੂਪ ਵਾਲੇ ਇੱਥੇ ਆਪਣੇ ਭਵਨ ਘਰ ਮਹਿਲਾਂ ਵਿੱਚ ਹੀ ਬਰਾਜ ਸਜ ਰਹੇ ਸਨ। ਦਸ਼ਰਥ ਆਪਨ ਅਵਸਥਾ ਦੇਖੀ। ਇੱਕ ਦਿਨ ਦੀ ਗੱਲ ਹੈ ਕਿ ਦਸ਼ਰਥ ਰਾਜ ਨੇ ਆਪਣੀ ਅਵਸਥਾ ਦੇਖੀ। ਇਹ ਕੇਸ ਆਪਣੇ ਨੂੰ ਕੰਘਾ ਕਰ ਰਿਹਾ ਸੀ ਤੇ ਜਦੋਂ ਕੇਸ ਵਾਹ ਰਿਹਾ ਸੀ ਤੇ ਉਹ ਇੱਕ ਧੌਲਾ ਜਿਹਾ ਵਿੱਚ ਆ ਗਿਆ। ਉਹ ਆਪਣੇ ਰੋਮ ਚਿੱਟਾ ਜਿਹਾ ਵੇਖ ਕੇ ਧੌਲਾ ਜਿਹਾ ਦੇਖਿਆ। ਦਿਓ ਰਾਜ ਸਤ ਚਾਹੇ ਵਿਸੇਖੀ। ਕਿ ਮਨਾ ਤੂੰ ਤੇ ਬੁੱਢਾ ਹੋ ਰਿਹਾ ਹੈ, ਇਸ ਕਰਕੇ ਆਪਣੇ ਪੁੱਤਰ ਨੂੰ ਰਾਜ ਦੇਣ ਦੀ ਜਿਹੜੀ ਵਿਸ਼ੇਸ਼ ਕਰਕੇ ਚਾਹਨਾ ਇੱਛਾ ਵੇਖੀ ਕੀਤੀ। ਅਬ ਖੇਕਨ ਕੋ ਸਮਾ ਵਿਚਾਰੀ। ਐਵੇਂ ਮਰਦਾਨਿਆਂ ਸਮਾਂ ਵਿਚਾਰ ਕੇ ਠੀਕ ਠਾਕ ਵੀ ਹੁਣ ਮੈਨੂੰ ਚਾਹੀਦਾ, ਮੇਰੀ ਅਵਸਥਾ ਮੈਂ ਬਜ਼ੁਰਗ ਹੋ ਗਿਆ ਤੇ ਮੈਨੂੰ ਪੁੱਤਰ ਨੂੰ ਰਾਜ ਦੇ ਦੇਣਾ ਚਾਹੀਦਾ। ਉਹ ਸਮਾਂ ਵਿਚਾਰ ਕੇ ਰਾਜ ਤਿਲਕ ਦਾ ਸਰਬ ਸੋ ਯਕੀਨੀ ਜਬ ਤਿਆਰੀ। ਜਦੋਂ ਰਾਜ ਤਿਲਕ ਦੇਣ ਦੀ ਸਾਰੀ ਸਮਗਰੀ ਤਿਆਰੀ ਕੀਤੀ ਹੈ। ਸੁਨਤ ਕੈਕਈ ਕੋ ਮਨ ਸ਼ੋਭਾ। ਇੱਧਰ ਜਿਹੜੀ ਕੈਕਈ ਰਾਜੇ ਦੀ ਦੂਸਰੀ ਰਾਣੀ ਹੈ ਦਸ਼ਰਥ ਦੀ, ਜਦੋਂ ਉਹਨੇ ਸੁਣਿਆ ਵੀ ਐਸਾ ਕੁਝ ਪਤੀ ਕਰ ਰਿਹਾ ਹੈ, ਉਹਨੇ ਮਨ ਵਿੱਚ ਉਹਦੇ ਬੜੇ ਘਬਰਾਹਟ ਹੋਈ, ਬੜੀ ਔਖੀ ਹੋਈ, ਗੁੱਸੇ ਹੋਈ। ਰਾਜ ਲੈਨ ਸੁਤ ਕੋ ਭਾਲੋਭਾ। ਕਿ ਜੋ ਮੇਰਾ ਪੁੱਤਰ ਭਰਤ ਹੈ ਇਹ ਰਾਜ ਲਵੇ, ਐਸਾ ਲੋਭ ਹੋ ਗਿਆ। ਜਬ ਭੂਪਦ ਤਿਹ ਭਵਨ ਪਧਾਰਾ। ਇਹ ਲੋਭ ਅੱਜ ਨਹੀਂ ਸੀ ਹੋਇਆ, ਇਹ ਲੋਭ ਉਹਨੂੰ ਪਹਿਲਾਂ ਹੀ ਹੋਇਆ ਸੀ। ਤੇ ਜਦੋਂ ਰਾਜਾ ਕਹਿੰਦੇ ਕੈਕਈ ਦੇ ਮਹਿਲਾਂ ਵਿੱਚ ਚਲਾ ਗਿਆ। ਰਹੀ ਰੂਠ ਨਹਿ ਭਜਨ ਉਚਾਰਾ। ਇਹ ਕੈਕਈ ਰਾਣੀ ਬੜੀ ਰੁੱਸ ਰਹੀ ਸੀ, ਕੋਈ ਬਚਨ ਨਹੀਂ ਕਿਆ, ਬੋਲੀ ਨਹੀਂ ਹੈ। ਬਿਸਮਾਨਿਆ ਨ੍ਰਿਪ ਲੱਖ ਭੈ ਨਾਰੀ। ਆਪਣੀ ਪਤਨੀ ਕੈਕਈ ਦਾ ਬਹੁਤਾ ਭੈ ਡਰ ਜਾ ਮੰਨ ਕੇ ਰਾਜਾ ਬੜਾ ਅਚਰਜ ਹੋਇਆ। ਦਸ਼ਰਥ ਚੰਦ ਬਦਨ ਹੈ ਪ੍ਰਾਨ ਪਿਆਰੀ। ਇਹ ਪ੍ਰਾਣਾਂ ਤੋਂ ਪਿਆਰੀ ਮੇਰੀ ਰਾਣੀ ਚੰਦਰਮਾ ਵਰਗੇ
ਸੋਹਣੇ ਮੁਖ ਵਾਲੀ। ਚਾਹੋ ਜੋ ਲਿਹੋ ਕਰਹੁ ਕਿਉ ਰੋਸੋ। ਕਿਉਂ ਤੂੰ ਰੋਸ ਜਾ ਕਰਦੀ ਐ, ਜੋ ਤੂੰ ਚਾਹੁੰਦੀ ਉਹ ਮੇਰੇ ਕੋਲ ਲੈ ਲਾ। ਕਿਹ ਨ ਕੀਨ ਆਜ ਤਵ ਦੋਸੋ। ਤੂੰ ਮੈਨੂੰ ਦੱਸ ਅੱਜ ਕਿਸ ਨੇ ਤੇਰਾ ਜਿਹੜਾ ਹੈ ਨਿਰਾਦਰ ਕੀਤਾ, ਤੇਰੀ ਬੇਅਦਬੀ ਕੀਤੀ ਹੈ। ਸੁਨ ਕੈ ਬੋਲੀ ਲਾਲਸ ਮਨ ਕੀ। ਸੁਣ ਕੇ ਕਹਿ ਕਈ ਜਿਹੜੇ ਆਪਣੇ ਮਨ ਦੀ ਲਾਲਸਾ ਸੀ ਨਾ ਚਾਹਨਾ ਮੰਗਣ ਦੀ, ਉਹ ਲੈ ਕੇ ਬੋਲੀ ਹੈ। ਰਤਪਾਲਾ ਕਰ ਆਪਨ ਬਚਨ ਕੀ। ਕਹਿ ਲੱਗੀ ਰਾਜਨ ਜਿਹੜਾ ਤੂੰ ਮੇਰੇ ਨਾਲ ਬਚਨ ਕੀਤਾ ਨਾ ਆਪਣਾ, ਆਪਣੇ ਬਚਨ ਦੀ ਪ੍ਰਤਪਾਲਣਾ ਕਰੋ, ਬਚਨ ਨੂੰ ਪੂਰਾ ਕਰ ਪਹਿਲਾਂ। ਦ્વੈ ਬਰ ਦੇਨ ਕਹੇ ਜੋ ਮੋਹ। ਕਿਉਂਕਿ ਆਪ ਜੀ ਨੇ ਮੈਨੂੰ ਇੱਕ ਸਮੇਂ 2 ਵਾਰ ਦੇਣ ਲਈ ਕਹੇ ਹੋਏ ਸੀ ਕਿ ਜਦੋਂ ਆ ਦੇਵਤਿਆਂ ਦੀ ਮਦਦ ਵਾਸਤੇ ਦੈਂਤਾਂ ਨੂੰ ਮਾਰਨ ਵਾਸਤੇ ਦਸ਼ਰਥ ਰਾਜਾ ਗਿਆ ਸੀ, ਉਸ ਵੇਲੇ ਕਹਿੰਦੇ ਇਹਦਾ ਦਸ਼ਰਥ ਰਾਜੇ ਦਾ ਜਿਹੜਾ ਰਥਵਾਈ ਉਹ ਮਰ ਗਿਆ ਸੀ, ਅਤੇ ਫਿਰ ਕੈਕਈ ਇਹਦੀ ਰਾਣੀ ਨੇ ਉਹ ਰੱਥ ਸੰਭਾਲਿਆ ਸੀ। ਅਤੇ ਇਹ ਕਹਿਣ ਲੱਗਾ ਵੀ ਰਾਣੀ ਤੂੰ ਵਰ ਮੰਗ ਜੋ ਮੰਗਦੀ। ਕਹਿੰਦੀ ਇੱਕ ਸਮੇਂ ਮੰਗਾਂਗੀ 2 ਵਾਰ, ਜਦੋਂ ਮੰਗਾਂਗੀ ਉਹ ਮੈਨੂੰ ਵਰ ਚਾਹੀਦੇ ਜ਼ਰੂਰ। ਕਹਿੰਦਾ ਵੀ ਠੀਕ ਹੈ, ਜਦੋਂ ਤੇਰਾ ਜੀਅ ਕਰੇਗਾ ਉਦੋਂ ਤੂੰ ਮੰਗ ਲਈ। ਇਹ ਹੁਣ ਗੱਲ ਉਹ ਆਪਣੀ ਯਾਦ ਕਰਾ ਰਹੀ ਹੈ ਵੀ ਇੱਕ ਸਮੇਂ ਜਦੋਂ ਤੁਸਾਂ ਨੇ ਮੈਨੂੰ 2 ਵਾਰ ਦੇਣ ਲਈ ਕਹੇ ਸੀ, ਸੋ ਨਹਿ ਦਿਓ ਭਇਓ ਮੁਝ ਰੋਹੂ। ਦੇਖ ਲਓ ਉਹ ਤੁਸੀਂ ਆਪਣੇ 2 ਵਾਰ ਮੈਨੂੰ ਦੇ ਨਹੀਂ ਰਹੇ, ਬਚਨ ਪੂਰਾ ਨਹੀਂ ਕਰ, ਇਸ ਕਰਕੇ ਮੈਨੂੰ ਗੁੱਸਾ ਹੋ ਰਿਹਾ ਹੈ। ਦੇਹੋ ਅਬੈ ਤੋ ਜੀਵਨ ਮੇਰਾ। ਜੇ ਤੇ ਤੁਸੀਂ ਉਹ 2ਵੇਂ ਵਾਰ ਮੇਰੇ ਪੂਰੇ ਕਰਦੇ ਹੋ ਹੁਣੇ, ਤੇ ਫਿਰ ਤੇ ਮੇਰਾ ਜਿਉਣਾ ਹੋ ਸਕਦਾ ਹੈ। ਨਾ ਤੁਰ ਮਰਨ ਲਖੋ ਇਸ ਬੇਰਾ। ਨਹੀਂ ਤਾਂ ਜਾਣ ਲਓ ਵੀ ਇਸੇ ਸਮੇਂ ਮੇਰਾ ਮਰਨਾ ਹੋ ਜਾਏਗਾ ਰਾਣੀ ਦਾ। ਨ੍ਰਿਪ ਨ ਕਹਿਓ ਚਾਹੇ ਜੋ ਲੀਜਾ। ਰਾਜੇ ਨੇ ਕਿਹਾ ਵੀ ਕਹਿ ਕਹੀ ਜੋ ਤੂੰ ਚਾਹੁੰਦੀ ਹੈ ਵਰ ਉਹ ਮੇਰੇ ਕੋਲ ਮੰਗ ਲਾ। ਬੋਲੀ ਰਾਜ ਤਾਤ ਮੋਹਿ ਦੀਜਾ। ਪੈਂਦਿਆਂ ਲੈਂਦਿਆਂ ਬੋਲੀ ਹੈ ਜੋ ਵਰ ਡੀਕਦੀ ਸੀ, ਤਾਂ ਹੀ ਤੈਨੂੰ ਉਸ ਦਿਨ ਨਹੀਂ ਸੀ ਮੰਗਿਆ। ਕਹਿੰਦੀ ਇਹ ਬੋਲੀ ਹੈ ਕਹਿ ਕਈ ਰਾਣੀ, ਕਹਿੰਦੀ ਜੋ ਮੇਰਾ ਪੁੱਤਰ ਹੈ ਨਾ ਭਰਤ, ਪਹਿਲਾ ਵਰ ਦੇ ਇਹ ਵੀ ਉਹਨੂੰ ਰਾਜ ਦੇ ਦੇ। ਭੂਪਤ ਆਪਣਾ ਬਚਨ ਨਾ ਹਾਰਿਓ। ਮਰਦਾਨਿਆਂ ਉਸ ਵੇਲੇ ਦਸ਼ਰਥ ਰਾਜਾ ਆਪਣਾ ਬਚਨ ਜਿਹੜਾ ਕੀਤਾ ਸੀ ਉਹ ਤੋਂ ਹਾਰਿਆ ਨਾ। ਦਿਓ ਰਾਜ ਤਿਹ ਬਹੁਤ ਤਿਕਾਰਿਓ। ਕਹਿ ਕਈ ਨੂੰ ਬਹੁਤ ਲਾਹਨਤਾਂ ਫਿੱਟੇ ਧਿਕਾਰਾਂ ਪਾਈਆਂ, ਪਰ ਬਚਨ ਪੂਰਾ ਕਰਨਾ ਸੀ ਨਾ, ਰਾਜ ਦੇ ਦਿੱਤਾ। ਦਸ਼ਰਥ ਰਾਜਾ ਵੀ ਸਤ ਪ੍ਰਤੱਗੀ ਮੰਨਿਆ, ਕਿਉਂਕਿ ਬਚਨ ਕਰੇ ਤਾਂ ਖਿਸਕ ਜਾਏ, ਬੋਲੇ ਸਭ ਕੱਚਾ। ਜਿਹੜਾ ਬਚਨ ਕਰਕੇ ਖਿਸਕ ਜਾਂਦਾ ਉਹ ਮਨੁੱਖ ਨਹੀਂ ਕਿਹਾ ਜਾਂਦਾ, ਜਿਹੜੀਆਂ 2 ਗੱਲਾਂ ਕਰਦਾ ਹੈ। ਦਸ਼ਰਥ ਰਾਜੇ ਨੇ ਆਪਣਾ ਬਚਨ ਪੂਰਾ ਕਰਨ ਵਾਸਤੇ ਸਤ ਪ੍ਰਤੱਗੀ ਹੈ ਸੀ, ਉਹ ਰਾਜ ਦੇ ਦਿੱਤਾ, ਪਰ ਲਾਹਨਤਾਂ ਬਹੁਤ ਪਾਈਆਂ ਵੀ ਇਹ ਵੇਖ ਲਾ ਤੂੰ ਮਤਰਈਆਂ ਮਾਵਾਂ ਵਾਲੇ ਕੰਮ ਕਰਦੀ ਹੈ। ਦੂਸਰ ਬਾਰ ਰਗਬਰ ਬਨਵਾਸਾ। ਦੂਸਰਾ ਵਾਰ ਇਹਨੇ ਕਹਿ ਕਈ ਨੇ ਇਹ ਮੰਗ ਲਿਆ ਵੀ ਜੋ ਰਾਮਚੰਦਰ ਹੈ ਇਹਨੂੰ ਵੀ ਤੂੰ 12 ਸਾਲ ਦਾ ਬਨਵਾਸ ਦੇ ਤੇ ਕੱਢ ਦੇ ਘਰੋਂ ਜੰਗਲਾਂ ਵਿੱਚ। ਸੋਨਾ ਨ੍ਰਿਪਤ ਜੀ ਜੀਵਨ ਕੀ ਆਸਾ। ਸੁਣ ਕੇ ਦਸ਼ਰਥ ਰਾਜੇ ਨੇ ਆਪਣੀ ਜੀਣ ਦੀ ਆਸਾ ਹੀ ਛੱਡ ਦਿੱਤੀ ਵੀ ਮੇਰਾ ਵੀ ਜਿਉਣਾ ਕੀ ਹੋ ਜਿਆ। ਰਾਮਚੰਦ ਤਬ ਵਿਵਨ ਪਧਾਰੇ। ਪਿਤਾ ਦੇ ਕਹਿਣੇ ਕਰਕੇ ਆਗਿਆਕਾਰੀ ਸਨ, ਬੜੇ ਪੁਰਸ਼ੋਤਮ ਸਨ, ਜਿਹੜੇ ਮਰਿਆਦਾ ਪੁਰਸ਼ੋਤਮ ਸੀ ਰਾਮਚੰਦਰ। ਉਸੇ ਵੇਲੇ ਬਚਨ ਮੰਨ ਕੇ 12 ਸਾਲ ਦਾ ਬਨਵਾਸ ਕੱਟਣ ਵਾਸਤੇ ਜੰਗਲਾਂ ਵਿੱਚ ਚਲੇ ਗਏ। ਸੀਤਾ ਲక్ష్మణ ਲੀਨ ਸੰਘਾਰੇ। ਆਪਣੇ ਛੋਟੇ ਭਰਾ ਲక్ష్మణ ਨੂੰ ਤੇ ਆਪਣੀ ਪਤਨੀ ਸੀਤਾ ਮਾਤਾ ਨੂੰ ਨਾਲ ਲੈ ਲਿਆ। ਔਰ ਆਤਰ ਆਤ ਔਰ ਨਰ ਨਾਰੀ। ਜੋ ਅਯੁੱਧਿਆਪੁਰੀ ਦੇ ਮਾਈ ਭਾਈ ਸਾਰੇ ਵਿਛੋੜੇ ਕਰਕੇ ਬਹੁਤ ਵਿਆਕੁਲ ਦੁਖੀ ਹੋਏ ਸੀ ਉਸ ਵੇਲੇ। ਰਾਮ ਬਿਰਹ ਵਿਆਪਿਓ ਦੁਖ ਭਾਰੀ। ਕਿਉਂਕਿ ਰਾਮ ਜੀ ਦੇ ਵਿਛੋੜੇ ਦਾ ਉਹਨਾਂ ਨੂੰ ਬੜਾ ਭਾਰੀ ਦੁੱਖ ਲੱਗਿਆ ਸੀ ਅਯੁੱਧਿਆਪੁਰੀ ਨੂੰ। ਸੋਤ ਕੇ ਬਿਰਹ ਦਸ਼ਰਥ ਤਨ ਛੋਰਾ। ਤੇ ਮਰਦਾਨਿਆਂ ਉਸ ਵੇਲੇ ਪੁੱਤਰ ਦੇ ਵਿਛੋੜੇ ਕਰਕੇ ਦਸ਼ਰਥ ਰਾਜੇ ਨੇ ਆਪਣਾ ਸਰੀਰ ਛੱਡ ਦਿੱਤਾ ਸੀ, ਮਹਿਲਾਂ ਵਿੱਚੋਂ ਛਾਲ ਮਾਰ ਕੇ ਮਰ ਗਿਆ ਸੀ। ਪ੍ਰੀਤਮ ਪ੍ਰਾਨ ਨਿਭਾਹਿਓ ਓਰਾ। ਆਪਣੇ ਪਿਆਰੇ ਪੁੱਤਰ ਦੇ ਨਾਲ ਜੋ ਪ੍ਰਣ ਕੀਤਾ ਵੀ ਤੂੰ ਮੈਨੂੰ ਪੁੱਤਰ ਬਹੁਤ ਪਿਆਰਾ ਹੈ, ਤੇ ਉਹ ਓੜਕ ਜਿਹੜਾ ਆਪਣਾ ਪ੍ਰਣ ਨਿਭਾਇਆ। ਇਹ ਜਣਾ ਦਿੱਤਾ
ਕਿ ਰਾਮਚੰਦਰ ਪੁੱਤਰ ਤੂੰ ਮੈਨੂੰ ਇਹਨਾਂ ਨੂੰ ਜ਼ਿਆਦਾ ਪਿਆਰਾ ਹੈ। ਰੇਖ ਬਸਚਟ ਵਸ਼ਿਸ਼ਟ ਰੇਖ ਬਚਿਸ਼ਟ ਦੇਖਿਓ ਅਸ ਹਾਲਾ। ਜਦੋਂ ਵਸ਼ਿਸ਼ਟ ਰਿਸ਼ੀ ਜੀ ਆਏ ਐਸਾ ਹਾਲ ਦੇਖਿਆ ਵੀ ਕਹਿ ਕਹਿ ਨੂੰ ਲਾਹਨਤਾਂ ਪੈ ਰਹੀਆਂ, ਦਸ਼ਰਥ ਮਰ ਗਿਆ ਹੈ, ਸਾਰੇ ਰੋ ਥੱਕ ਰਹੇ ਹੈ, ਬੜਾ ਕੁਰਲਾ ਰਹੇ, ਐਸਾ ਹਾਲ ਦੇਖਿਆ। ਭਰਤ ਬੁਲਾਏ ਪਠੇ ਤਤਕਾਲਾ। ਤੇ ਉਸੇ ਵੇਲੇ ਵਸ਼ਿਸ਼ਟ ਰਿਸ਼ੀ ਜੀ ਨੇ ਰਾਮਚੰਦਰ ਜੀ ਦੇ ਛੋਟੇ ਭਰਾ ਭਰਤ ਨੂੰ ਸੱਦਣ ਵਾਸਤੇ ਕਸ਼ਮੀਰ ਨਾਨਕੇ ਘਰ ਤੋਂ ਬੜੀ ਛੇਤੀ ਮਨੁੱਖ ਭੇਜੇ। ਆਨ ਦੀਖ ਜਬ ਸਰਬ ਕੁਚਾਲੀ। ਜਦੋਂ ਭਰਤ ਜੀ ਨੇ ਆ ਕੇ ਘਰ ਵਿੱਚ ਸਾਰੀ ਖੋਟੀ ਚਾਲ ਦੇਖੀ ਚਾਰੇ ਪਾਸੇ, ਵਿਆਪੀ ਔਰ ਮਹਿ ਪੀਰ ਵਿਸਾਲੀ। ਜਿਹਦੇ ਵਿੱਚ ਭਰਤ ਦੇ ਵੀ ਬਹੁਤ ਹੀ ਪੀੜ ਵਿਆਪੀ ਹੈ। ਸੋਨਾ ਨਿਜ ਜਨਨੀ ਅਧਿਕ ਧਿਕਾਰੀ। ਜਦੋਂ ਲੋਕਾਂ ਪਾਸੋਂ ਸੁਣਿਆ ਵੀ ਇਹ ਭਰਤ, ਇਹ ਤੇਰੀ ਮਾਂ ਦਾ ਕੀਤਾ ਕਰਾਇਆ ਹੋਇਆ ਸਭ ਕੁਝ ਜੋ ਕੋਈ ਤੂੰ ਵੇਖ ਰਿਹਾ, ਸੁਣ ਕੇ ਪੁੱਤਰ ਭਰਤ ਨੇ ਆਪਣੀ ਮਾਤਾ ਨੂੰ ਬਹੁਤ ਲਾਹਨਤਾਂ ਪਾਈਆਂ। ਤੇ ਕਈ ਕਹਿੰਦੇ ਜੀ ਮਾਤਾ ਗੁਰੂ ਹੁੰਦਾ, ਤੇ ਜੇ ਮਾਤਾ ਗੁਰੂ ਹੋਵੇ ਤੇ ਪੁੱਤ ਨਾਲ ਧੋਖਾ ਕਿਉਂ ਕਰੇ ਭਾਈ। ਵਿਦ ਸਾਪਿਤ ਕੀ ਕਾਇਆ ਜਾਰੀ। ਤੇ ਭਰਤ ਰਾਜ ਨੇ ਬੜਾ ਮਨ ਜਾ ਭਰ ਕੇ ਆਪਣੇ ਪਿਤਾ ਦਸ਼ਰਥ ਦੀ ਬੜੀ ਵਿਧੀ ਨਾਲ ਮਰਿਆਦਾ ਨਾਲ ਜਿਹੜੀ ਕਾਇਆ ਹੈ, ਸਰੀਰ ਹੈ, ਉਹਦਾ ਅੰਤਮ ਸੰਸਕਾਰ ਕੀਤਾ ਸੀ, ਦੇਹ ਸਾੜੀ ਸੀ। ਰੁਦਨ ਕਰਤ ਪਰ ਸ਼ੋਰ ਸਿਧਾਰਾ। ਤੇ ਰੋਂਦਿਆਂ ਰੋਂਦਿਆਂ ਹੀ ਪੁਰੀ ਨੂੰ ਅਯੁੱਧਿਆ ਨੂੰ ਛੱਡ ਕੇ ਭਰਤ ਚਲਾ ਗਿਆ ਸੀ। ਜਹ ਗਮਨੇ ਰਘੁਰਾਏ ਉਦਾਰਾ। ਜਿੱਥੇ ਬੜੇ ਮਹਾਨ ਰਾਘਵਾਂ ਦੀ ਕੁਲ ਦੇ ਰਾਜਾ ਰੂਪ ਸ਼੍ਰੀ ਰਾਮਚੰਦਰ ਭਗਵਾਨ ਜੰਗਲ ਵਿੱਚ ਚਲੇ ਜਾ ਰਹੇ ਸਨ। ਮਿਲਿਓ ਵਿਪਨ ਮਹਿ ਹੋਏ ਬਿਹਾਲਾ। ਇਹ ਭਰਤ ਭਰਾ ਛੋਟਾ ਬੜਾ ਵਿਆਕਲ ਹੋ ਕੇ ਜੰਗਲ ਵਿੱਚ ਮਿਲਿਆ ਸੀ ਰਾਮ ਜੀ ਨੂੰ। ਬੰਦਹ ਪਦ ਕੋ ਪ੍ਰੇਮ ਵਿਸਾਲਾ। ਬਹੁਤ ਪ੍ਰੇਮ ਕਰਕੇ ਮੱਥੇ ਟੇਕਣਾ ਕਰਦਾ, ਕਹਿੰਦਾ ਮੇਰੇ ਭਰਾ ਰਾਮਚੰਦਰ ਤੂੰ ਐਵੇਂ ਨਾ ਜਾ, ਹੇ ਮਹਾਰਾਜ ਤੂੰ ਵਾਪਸ ਜਾ ਕੇ ਤੇ ਤੂੰ ਰਾਜ ਭਾਗ ਆਪ ਹੀ ਕਰ। ਸਿਮਹੋ ਨਾਥ ਅਪਰਾਧ ਹਮਾਰੇ। ਹੇ ਸਭ ਦੇ ਮਾਲਕ, ਜਿਉ ਮੇਰੀ ਮਾਂ ਕਈ ਨੇ ਲੋਭ ਵਿੱਚ ਆ ਕੇ ਅਪਰਾਧ ਗੁਨਾਹ ਕੀਤੇ, ਉਹਨਾਂ ਨੂੰ ਮਾਫ ਕਰੋ। ਕੈ ਘਰ ਚੱਲਹੁ ਕੇ ਲਿਹੋ ਸੰਗਾਰੇ। ਮਹਾਰਾਜ ਜਾਂ ਤੇ ਘਰ ਚੱਲੋ ਵਾਪਸ, ਨਹੀਂ ਤੇ ਮੈਨੂੰ ਭਰਤ ਨੂੰ ਨਾਲ ਹੀ ਆਪਣੇ ਲੈ ਲਓ। ਸਤ ਸੰਦ ਸ੍ਰੀ ਰਾਮ ਵਿਚਾਰਾ। ਭਾਈ ਮਰਦਾਨਾ ਜੋ ਸ਼੍ਰੀ ਰਾਮਚੰਦਰ ਸੀ ਬੜੇ ਸਤ ਦੇ ਮਿਲਾਪੀ ਸਨ, ਮਰਿਆਦਾ ਪੁਰਸ਼ੋਤਮ ਸੀ, ਉਸ ਵੇਲੇ ਵਿਚਾਰਿਆ ਧੀਰਜ ਦੀਨ ਭਰਤ ਕੋ ਭਾਰਾ। ਆਪਣੇ ਛੋਟੇ ਭਰਾ ਨੂੰ ਬੜਾ ਭਾਰੀ ਧੀਰਜ ਹੌਸਲਾ ਦਿੱਤਾ। ਦੇਖ ਰਾਮ ਸਦਨ ਕੋ ਮੋਰਾ। ਤੇ ਆਪਣੇ ਚਰਨਾਂ ਦੀ ਜਿਹੜੀਆਂ ਖੜਾਵਾਂ ਉਹ ਦੇ ਦਿੱਤੀਆਂ। ਕਿਹਾ ਵੀ ਭਰਤ ਭਰਾ ਜੇ ਤੂੰ ਮੈਨੂੰ ਪ੍ਰੇਮ ਕਰਦਾ, ਲੈ ਇਹੋ ਆਸਣ 'ਤੇ ਰੱਖ ਦੇ ਜਾ ਕੇ, ਤੇ ਇਹਨਾਂ ਨੂੰ ਇਹ ਰੱਖ ਕੇ ਇਹਨਾਂ ਦੇ ਆਸਰੇ ਤੂੰ ਜਿਹੜਾ ਹੈ ਤੇ ਉਹ ਰਾਜ ਭਾਗ ਕਰ। ਤੇ ਘਰ ਨੂੰ ਮੋੜਿਆ ਸੀ। ਭਰਾ ਵੀ ਹੋਵੇ ਤੇ ਇਹੋ ਜਿਹਾ ਹੋਵੇ। ਭਰਤ ਘਰ ਆ ਗਿਆ ਭਗਵਾਨ ਰਾਮਚੰਦਰ ਜੀ ਦਾ ਬਚਨ ਮੰਨ ਕੇ। ਉਹ 12 ਸਾਲ ਖੜਾਵਾਂ ਆਸਣ 'ਤੇ ਰੱਖ ਛੱਡੀਆਂ ਸੀ, ਪਰ ਆਪ ਕਦੀ ਪੈਰ ਨਹੀਂ ਪਾਇਆ, ਉਹ ਆਸਣ 'ਤੇ ਨਹੀਂ ਬੈਠਾ। ਇਹੀ ਕਹਿੰਦਾ ਰਿਹਾ ਵੀ ਇਹ ਆਸਣ ਮੇਰੇ ਭਰਾ ਰਾਮਚੰਦਰ ਜੀ ਦਾ, ਮੈਂ ਹੱਕਦਾਰ ਨਹੀਂ, ਮੇਰਾ ਨਹੀਂ ਹੈ। ਐਸੇ ਐਸੇ ਪੁਰਸ਼ ਹੋਏ ਹੈ ਸਤ ਪਰਤੱਗੀ, ਆਪਣੇ ਵੱਡਿਆਂ ਨਾਲ ਪ੍ਰੇਮ ਕਰਨ ਵਾਲੇ, ਪਿਆਰਿਆਂ ਨਾਲ। ਤੇ ਰਾਮਚੰਦਰ ਭਗਵਾਨ ਜੀ ਨੇ ਤਖਤ ਰਾਜ ਸਿੰਘਾਸਨ 'ਤੇ ਖੜਾਵਾਂ ਰੱਖ ਕੇ 12 ਸਾਲ ਉਹਨਾਂ ਨੂੰ ਮੱਥਾ ਟੇਕਦਾ ਰਿਹਾ, ਉਡੀਕ ਕਰਦਾ ਰਿਹਾ ਸੀ। ਤੇ ਇਵੇਂ ਰਾਜ ਭਾਗ ਕੀਤਾ। ਜਿਹੜਾ ਵੀ ਫੈਸਲਾ ਲੈਣਾ ਬੇਨਤੀ ਕਰਕੇ ਖੜਾਵਾਂ ਨੂੰ ਮੱਥਾ ਟੇਕ ਕੇ ਕਹਿੰਦਾ ਹੁੰਦਾ ਸੀ। ਭਰਤ ਬੜੀ ਪ੍ਰਤੱਗਿਆ ਕੀਤੀ ਹੈ। ਗਮਨੇ ਆਪ ਵਿਪਨ ਕੀ ਓਰਾ। ਤੇ ਆਪ ਭਗਵਾਨ ਰਾਮਚੰਦਰ ਜੀ ਜੰਗਲ ਦੀ ਤਰਫ ਚਲੇ ਗਏ ਬਨਵਾਸ ਕੱਟਣ। ਵਿਚਰਤ ਕੇਤਕ ਦਿਵਸ ਬਿਤਾਏ। ਜਦੋਂ ਬਨਵਾਸ ਕੱਟਦਿਆਂ ਕੁਝ ਕੁ ਦਿਨ ਜੰਗਲ ਵਿੱਚ ਵਿਚਰਦਿਆਂ ਲੰਘਾਏ ਬਿਤਾਏ। ਮਨ ਅਗਸਤ ਕੇ ਆਸ਼
ਆਸ਼ਰਮ ਆਏ। ਜੋ ਅਗਸਤ ਮੁਨੀ ਦਾ ਆਸ਼ਰਮ ਟਿਕਾਣਾ ਹੈ ਸੀ ਪੰਚਵਟੀ ਬਨ ਵਿੱਚ, ਉੱਥੇ ਆਏ ਹੈ। ਤਹ ਬਸ ਬੋਹਰ ਗਏ ਅਗਾਰੀ। ਉੱਥੇ ਵਸ ਕਰਕੇ ਫਿਰ ਅੱਗੇ ਗਏ ਹੈ। ਜਹ ਰਾਵਣ ਬਹਿਨੀ ਕੀ ਬਾਰੀ। ਜਿੱਥੇ ਰਾਵਣ ਦੀ ਭੈਣ ਸੂਪਨਖਾ ਦੀ ਵਾੜੀ ਬਗੀਚੀ ਹੈ ਸੀ ਜੰਗਲ ਵਿੱਚ। ਕਰਨ ਕੁਟੀ ਜਹ ਜਾਏ ਬਨਾਈ। ਕਰਨ ਕੁਟੀ ਤਹ ਜਾਏ ਬਨਾਈ। ਉੱਥੇ ਰਾਮਚੰਦਰ ਜੀ ਨੇ ਦੰਡਕ ਬਣ ਦੇ ਵਿੱਚ ਜਿਹੜੀ ਪੱਤਿਆਂ ਦੀ ਕੁਟੀਆ ਬਣਾ ਕੇ ਤੇ ਉੱਥੇ ਰਹੇ ਸਨ। ਲਛਮਨ ਸਹਤ ਰਹੇ ਰਘੁਰਾਈ। ਰਾਘਵਾਂ ਦੇ ਕੁਲ ਦੇ ਰਾਜਾ ਸ਼੍ਰੀ ਰਾਮਚੰਦਰ ਭਗਵਾਨ ਲਛਮਣ ਸਹਿਤ ਤੇ ਸੀਤਾ ਦੇ ਸਹਿਤ ਉੱਥੇ ਰਹੇ ਸੀ, ਪੱਤਿਆਂ ਦੀ ਕੁਟੀਆ ਬਣਾ ਕੇ ਇੱਕ ਅਵਤਾਰ ਹੋ ਕੇ। ਲੋਕ ਕਹਿੰਦੇ ਵੇਖੋ ਜੀ ਆਹ ਚੰਗਾ ਨਾਮ ਜਪਦਾ ਹੈ, ਇਹਦਾ ਤੇ ਜਮਾ ਹੀ ਸੱਤਿਆਨਾਸ਼ ਹੋ ਗਿਆ, ਕੋਠੇ ਦੇ ਢੱਠ ਰਹੇ ਹੈ, ਚੋ ਰਹੇ ਹੈ, ਆ ਭਗਤੀ ਦਾ ਕੀ ਲਾਹਾ ਮਿਲਿਆ ਇਹਨੂੰ। ਤੇ ਜਿਹੜੇ ਸਮੇਂ ਸਮੇਂ ਦੇ ਅਵਤਾਰ ਹੋਏ ਹੈ ਉਹਨਾਂ ਕੱਖਾਂ ਦੀਆਂ ਕੁੱਲੀਆਂ 'ਚ ਦਿਨ ਕੱਟੇ ਹੈ, ਤੇ ਅਸੀਂ ਕਹਿੰਦੇ ਵੀ ਚੌਰਾ ਚੌਰਾ ਲੈਂਟਰ ਹੋਵੇ ਸਾਡੇ ਉੱਪਰ। ਸੂਪਨਖਾ ਇੱਕ ਦਿਨ ਚਲ ਆਈ। ਉਹ ਇੱਕ ਦਿਨ ਦੀ ਗੱਲ ਹੈ ਕਿ ਰਾਵਣ ਦੀ ਭੈਣ ਸੂਪਨਖਾ ਉੱਥੇ ਚੱਲ ਕੇ ਆ ਗਈ। ਰੂਪ ਵਿਲੋਕਤ ਰਹੀ ਲੁਭਾਈ। ਰਾਮਚੰਦਰ ਭਗਵਾਨ ਜੀ ਦਾ ਸੋਹਣਾ ਸਰੂਪ ਦੇਖ ਕੇ ਲੁਭਾਏਮਾਨ ਹੋ ਰਹੀ। ਕਹ ਕੇ ਬਰਹ ਮੁਝਹ ਕਰ ਪ੍ਰੀਤੇ। ਕਹਿ ਲੱਗੀ ਵੀ ਰਾਮਚੰਦਰ ਜੀ ਬੜੀ ਪ੍ਰੀਤੀ ਪ੍ਰੇਮ ਕਰਕੇ ਮੈਨੂੰ ਸੂਪਨਖਾ ਨੂੰ ਵਿਆਹ ਲਓ, ਵਰ ਲਓ। ਨਤ ਮਾਰੋ ਤੁਮ ਕੋ ਮੈਂ ਜੀਤੇ। ਜੇ ਤੁਸੀਂ ਨਹੀਂ ਨਾ ਮੇਰਾ ਬਚਨ ਮੰਨੋਗੇ, ਮੈਂ ਬੜੀ ਬਲੀ ਹਾਂ, ਮੇਰੇ ਭਰਾ ਬੜੇ ਬਲੀ ਹੈ, ਤੁਹਾਨੂੰ ਜੀਂਦਿਆਂ ਨੂੰ ਮਾਰ ਦੇਵਾਂਗੀ, ਜਿੱਤ ਲਵਾਂਗੀ। ਸੁਨ ਲਛਮਨ ਕੀ ਕ੍ਰੋਧ ਕਨੇਰਾ। ਉਸ ਵੇਲੇ ਰਾਮਚੰਦਰ ਜੀ ਕਹਿਣ ਲੱਗੇ ਸੂਪਨਖਾ ਮੈਂ ਤੇ ਸ਼ਾਦੀशुदा, ਮੇਰਾ ਭਰਾ ਲਛਮਣ ਕੁਆਰਾ, ਤੂੰ ਉਸ ਦੇ ਨਾਲ ਜਾ ਕੇ ਤੇ ਸ਼ਾਦੀ ਕਰ ਲਾ। ਤੇ ਲਛਮਣ ਜੀ ਹੁਣ ਜਤੀ ਸਤੀ ਸਨ, ਇਹਨਾਂ ਨੇ ਉਹਨੂੰ ਮੋੜਿਆ ਵੀ ਮੈਂ ਸ਼ਾਦੀ ਕੋਈ ਨਹੀਂ ਕਰਨੀ ਹੈ, ਮੇਰੇ ਭਰਾ ਨੂੰ ਪੁੱਛ ਲਾ ਜਾ ਕੇ। ਤੇ ਇਹ ਹਟੇ ਹੀ ਨਾ। ਫਿਰ ਜਦੋਂ ਬਹੁਤਾ ਕਹਿਣੇ ਕਰਕੇ ਨਾ ਹਟੀ ਤੇ ਲਛਮਣ ਜੀ ਨੇ ਕ੍ਰੋਧ ਕੀਤਾ। ਕਾਟਿਓ ਨਾਕ ਕਾਨ ਤੇ ਸਬੇਰਾ। ਉਸ ਵੇਲੇ ਜਿਹੜਾ ਇਹ ਸੂਪਨਖਾ ਰਾਵਣ ਦੀ ਭੈਣ ਦਾ ਨੱਕ ਵੀ ਕੱਟ ਦਿੱਤਾ ਤੇ ਕੰਨ ਵੀ ਕੱਟ ਦਿੱਤਾ। ਇਹ ਨੱਕ ਤੇ ਸ਼ਿੰਗਾਰ ਹੈ ਇਸਤਰੀ ਦਾ, ਇਹ ਦੋਵੇਂ ਵੀ ਇਹ ਤਾਂ ਕੱਟੇ ਵੀ ਤੇਰੇ ਜਿਹੜਾ ਰੂਪ ਰਹਿਣ ਨਹੀਂ ਦੇਣਾ ਹੈ, ਬੇਅਦਬੀ ਕਰਨ ਵਾਸਤੇ ਨੱਕ ਤੇ ਕੰਨ ਕੱਟਿਆ। ਸੋ ਰਾਵਣ ਟਿਗ ਜਾਏ ਪੁਕਾਰੀ। ਤੇ ਉਹਨਾਂ ਨੇ ਜਾ ਕੇ ਰਾਵਣ ਦੇ ਕੋਲ ਸੂਪਨਖਾ ਦੀ ਭੈਣ ਨੇ ਪੁਕਾਰ ਕੀਤੀ, ਬੜਾ ਰੋਈ ਪਿੱਟੀ। ਕਹ ਕੇ ਤਿਨ ਸੰਗ ਸੁੰਦਰ ਨਾਰੀ। ਕਹਿਣ ਲੱਗੀ ਵੀ ਰਾਮਚੰਦਰ ਤੇ ਲਛਮਣ ਨਾਲ ਇੱਕ ਬੜੀ ਸੁੰਦਰ ਇਸਤਰੀ ਵੇਖੀ ਹੈ ਮੈਂ। ਸੋ ਲਿਆਵਨ ਗਮਨੀ ਹਿਤ ਤੇਰੇ। ਤੇ ਉਹ ਰਾਵਣ ਮੇਰੇ ਭਰਾ ਤੇਰੇ ਕੋਲ ਲਿਆਉਣ ਵਾਸਤੇ ਮੈਂ ਗਈ ਹੋਈ ਸੀ, ਝੂਠ ਬੋਲ ਦਿੱਤਾ ਹੈ। ਨਾਸਾ ਕਰਨ ਕਟੇ ਤਿਨ ਮੇਰੇ। ਵੇਖ ਲਾ ਮੇਰਾ ਭੈਣ ਦਾ ਹਾਲ, ਉਹਦੇ ਭਰਾ ਲਛਮਣ ਨੇ ਮੇਰੇ ਜਿਹੜੇ ਨਾਸਾਂ ਤੇ ਕੰਨ ਕੱਢ ਦਿੱਤੇ, ਮੈਨੂੰ ਤੇ ਐ ਬੋਲੀ ਅੰਨੀ ਜੀ ਕਰ ਦਿੱਤਾ ਹੈ। ਸੁਨ ਰਾਵਣ ਮਨ ਕ੍ਰੋਧ ਕਨੇਰਾ। ਭਾਈ ਮਰਦਾਨਾ ਉਸ ਵੇਲੇ ਰਾਵਣ ਨੇ ਸੁਣ ਕੇ ਮਨ ਵਿੱਚ ਬੜਾ ਕ੍ਰੋਧ ਕੀਤਾ ਸੀ। ਕੀ ਮਰੀਚ ਮ੍ਰਿਗ ਕੰਚਨ ਕੇਰਾ। ਜਿਹੜਾ ਮਰੀਚ ਰਿਖੀ ਹੈ ਉਹਨੂੰ ਸੋਨੇ ਦਾ ਹਿਰਨ ਕੀਤਾ। ਪਠਿਓ ਤ੍ਰਿਮੰਡਮ ਮਾਰਾ ਸੁਨਾ। ਤੇ ਫਿਰ ਉਹ ਜਿਹੜਾ ਸੋਨੇ ਦਾ ਹਿਰਨ ਬਣਾ ਕੇ ਮਰੀਚ ਰਿਖੀ ਨੂੰ ਭੇਜਿਆ। ਤ੍ਰਿਮੁੰਡਮ ਤੇ ਜੋ ਰਾਮਾਵਤਾਰ ਗੁਰੂ ਸਾਹਿਬ ਜੀ ਨੇ ਦਸਮ ਗ੍ਰੰਥ ਸਾਹਿਬ ਜੀ ਲਿਖਿਆ, ਉਹਦੇ ਮੁਤਾਬਕ ਇੱਕ ਰਾਵਣ ਦਾ ਪੁੱਤਰ ਸੀ ਤ੍ਰਿਮੁੰਡਕ, ਜਿਹਦੇ 3 ਸਿਰ ਸਨ, 3 ਸਿਰਾ ਜਾਂ 3 ਮੁੰਡ ਜਿਹਨੂੰ ਕਿਹਾ ਜਾਂਦਾ ਹੈ। ਤੇ ਇਹਦੇ ਬਾਰੇ ਰਾਮਾਵਤਾਰ ਮੁਤਾਬਕ ਇਵੇਂ ਹੁੰਦਾ ਹੈ ਵੀ ਇਹਦੇ ਜਿਹੜਾ ਰਾਮ ਦੇ ਪੁੱਤਰ ਨੂੰ ਹਨੂਮਾਨ ਨੇ ਜਿਹੜਾ ਮਾਰਿਆ ਸੀ ਲੰਕਾ ਵਿੱਚ ਯੁੱਧ ਵਿੱਚ, ਐਵੇਂ ਜਦੋਂ ਤ੍ਰਿਮੁੰਡਕ ਜਿਹੜਾ ਹੈ ਇਹਨੂੰ ਮਾਰਿਆ ਸੁਣਿਆ। ਚੱਲਿਓ ਆਪ ਪੁਨ ਜੁਗਿਆ ਬਨਾ। ਰਾਵਣ ਨੂੰ ਬੜਾ ਗੁੱਸਾ ਹੋਇਆ, ਜੋਗੀਆਂ ਦਾ ਭੇਖਜਾ ਬਣਾ ਕੇ ਫਿਰ ਆਪ ਚੱਲ ਪਿਆ। ਕੰਚਨ ਮ੍ਰਿਗ ਜਬ ਦੀਨ ਦਿਖਾਈ। ਇੱਧਰ ਸੀਤਾ ਮਾਤਾ ਨੂੰ ਜਦੋਂ ਸੋਨੇ ਦਾ ਜੋ ਬਣਿਆ ਹੋਇਆ ਮਰੀਚ ਰਿਖੀ ਹਿਰਨ ਸੀ,
ਜਦੋਂ ਸੋਨੇ ਦਾ ਹਿਰਨ ਦਿਖਾਈ ਜਾ ਦਿੱਤਾ, ਸੀਤਾ ਪ੍ਰੇਰੇ ਗੇ ਰਘੁਰਾਈ। ਸੀਤਾ ਦੇ ਪ੍ਰੇਰੇ ਹੋਏ ਵੀ ਰਾਮਚੰਦਰ ਭਗਵਾਨ ਜੀ ਮੈਨੂੰ ਆ ਹਿਰਨ ਸੋਨੇ ਦਾ ਚਾਹੀਦਾ, ਤੁਸੀਂ ਲਿਆ ਕੇ ਦਿਓ। ਉਹ ਪ੍ਰੇਰੇ ਹੋਏ ਰਾਮਚੰਦਰ ਜੀ ਉਹਦੇ ਪਿੱਛੇ ਪਿੱਛੇ ਚਲੇ ਗਏ। ਪਾਛੇ ਲਛਮਨ ਬਹੁਰ ਪਧਾਰਾ। ਜਦੋਂ ਹੁਣ ਉਹ ਹਿਰਨ ਅੱਗੇ ਅੱਗੇ ਭੱਜਾ ਜਾਂਦਾ ਸੀ, ਪਿੱਛੇ ਪਿੱਛੇ ਰਾਮ ਜੀ ਜਾਂਦੇ ਸਨ ਧਿਆਨ ਰੱਖਦੇ। ਜਦੋਂ ਕਿੰਨਾ ਸਮਾਂ ਵਾਪਸ ਨਾ ਆਏ, ਸੀਤਾ ਨੇ ਲਛਮਣ ਜੀ ਨੂੰ ਕਿਹਾ ਵੀ ਜਾਓ ਪਿੱਛੇ ਜਾ ਕੇ ਵੇਖੋ ਕਿਉਂ ਨਹੀਂ ਵਾਪਸ ਆਏ ਲੈ ਕੇ। ਅਤੇ ਉਹ ਕਹਿਣੇ ਕਰਕੇ ਸੀਤਾ ਦੇ ਲਛਮਣ ਜੀ ਵੀ ਪਿੱਛੇ ਪਿੱਛੇ ਚਲੇ ਗਏ। ਰਾਵਣ ਅਵਸਰ ਪਾਏ ਸੁਖਾਰਾ। ਇੱਧਰ ਰਾਵਣ ਜੋ ਜੋਗੀ ਬਣਿਆ ਹੋਇਆ ਸੀ, ਬੜਾ ਸੌਖਾ ਮੌਕਾ ਪਾ ਕੇ ਵੀ ਦੋਵੇਂ ਗਏ ਹੋਏ, ਹੁਣ ਮੌਕਾ ਹੈ ਮੇਰੇ ਕੋਲ। ਅਲਖ ਜਗਾਈ ਤੰਦਲ ਜਾਚਾ। ਉਹ ਅਲਖ ਜੀ ਜਗਾਈ ਹੈ ਜੋਗੀਆਂ ਵਾਂਗ ਖੜਤਾਲਾਂ ਦੀਆਂ। ਉਹ ਜਿਹੜੇ ਛੈਣੇ ਜਿਹੇ ਜਾ ਕੇ ਅਲਖ ਨਿਰੰਜਨ ਇਹ ਕਿਹਾ ਵੀ ਹੇ ਦੇਵੀ ਮੈਂ ਚੌਲ ਮੰਗਦਾ ਹਾਂ ਭਿਖਿਆ ਵਿੱਚ। ਲਖੀ ਸੀਆ ਇਹ ਜੁਗੀਆ ਸੱਚ। ਇੱਧਰ ਸੀਤਾ ਮਾਤਾ ਨੇ ਗੱਲ ਜਾਣੀ ਵੀ ਇਹ ਸੱਚਮੁੱਚ ਹੀ ਲੱਗਦਾ ਜੋਗੀ ਆਇਆ ਹੋਇਆ ਭਿਖਿਆ ਵਾਸਤੇ। ਭਿਖਿਆ ਪਾਵਨ ਕੋ ਜਬ ਆਈ। ਭਾਈ ਮਰਦਾਨਾ ਜਦੋਂ ਸੀਤਾ ਭਿਖਿਆ ਪਾਉਣ ਵਾਸਤੇ ਇਹ ਜੋਗੀ ਜੋ ਬਣਿਆ ਰਾਵਣ ਇਹਦੇ ਕੋਲ ਆਈ ਹੈ। ਯਹ ਕਰ ਗਮਨਿਓ ਗਿਆਨ ਉਠਾਈ। ਇਹ ਰਾਵਣ ਨੇ ਜਿਹੜਾ ਸੀਤਾ ਨੂੰ ਪਕੜ ਕਰਕੇ ਤੇ ਆਕਾਸ਼ ਵਿੱਚ ਉਡਾ ਲਿਆ ਤੇ ਚੱਲ ਪਿਆ ਆਕਾਸ਼ ਨੂੰ। ਰਾਮਚੰਦਰ ਹਟ ਕਰ ਪੁਨ ਆਏ। ਇੱਧਰ ਰਾਮਚੰਦਰ ਜੀ ਜਿਹੜਾ ਮੁੜ ਕਰਕੇ ਜਦੋਂ ਵਾਪਸ ਆਏ ਹੈ, ਕੁਟੀ ਬਿਲੋਕਤ ਸੋਚ ਵਡਾਏ। ਉਹ ਕੱਖਾਂ ਦੀ ਜਿਹੜੀ ਪੱਤਿਆਂ ਦੀ ਕੁਟੀਆ ਜੀ ਦੇਖੀ ਹੈ ਵੀ ਇਹ ਕੁਟੀਆ ਵਿੱਚ ਸੀਤਾ ਕਿਉਂ ਨਹੀਂ ਹੈਗੀ, ਬੜੀ ਚਿੰਤਾ ਵਧਾਈ। ਵਿਚਰਤ ਵਿਪਨ ਵਿਖਿਆ ਬਿਰਲਾਪਤ। ਉਸ ਵੇਲੇ ਵਿਰਲਾਪ ਕਰਦੇ ਰੋਵੇ ਰਾਮ ਨਿਕਾਲਾ ਭਇਆ। ਕਿ ਉਸ ਵੇਲੇ ਵੀ ਸੀਤਾ ਜਿਹੜੀ ਹੈ ਉਹ ਲਛਮਣ ਲੈ ਗਿਆ ਸੀ, ਤਾਂ ਵੀ ਬੜਾ ਵਿਰਲਾਪ ਕੀਤਾ ਸੀ। ਵੀ ਐਵੇਂ ਰਾਮਚੰਦਰ ਜੀ ਜਿਹੜਾ ਵਿਰਲਾਪ ਕਰਦੇ ਕਰਦੇ ਜੰਗਲ ਵਿੱਚ ਵਿਚਰ ਰਹੇ ਸਨ। ਉਸ ਵੇਲੇ ਸੀਤਾ ਸੀਤਾ ਉਜਲਾ ਉਹ ਪ੍ਰੇਮ ਕਰਕੇ ਉੱਚੀ ਉੱਚੀ ਕਹਿੰਦੇ ਸੀਤਾ ਤੂੰ ਕਿੱਥੇ ਚਲੀ ਗਈ ਹੈ, ਸੀਤਾ ਤੂੰ ਕਿੱਥੇ ਹੈ। ਖੋਜਤ ਪਾਏ ਨਾ ਕਾਹੂ ਠੋਰਾ। ਉਸ ਵੇਲੇ ਕਿਸੇ ਵੀ ਥਾਂ ਲੱਭਦਿਆਂ ਢੂੰਡਦਿਆਂ ਰਾਮਚੰਦਰ ਜੀ ਨੇ ਸੀਤਾ ਨੂੰ ਨਾ ਪਾਇਆ। ਸੁਧ ਭੂਲੀ ਤਨ ਰਘੁਕੁਲ ਮੋਰਾ। ਜੋ ਰਾਗਾਂ ਦੇ ਕੁਲ ਦੇ ਸ਼੍ਰੋਮਣੀ ਰਾਮਚੰਦਰ ਜੀ ਉਸ ਵੇਲੇ ਉਹਨਾਂ ਨੂੰ ਆਪਣੇ ਸਰੀਰ ਦੀ ਸੁੱਧ ਬੁੱਧੀ ਭੁੱਲ ਗਈ। ਬਨ ਮਹਿਰਤ ਕਪਿਸ ਹਨੂਮਾਨਾ। ਕਪਿਸ ਨਹੀਂ ਕਪਿਸਾਂ। ਐਵੇਂ ਜੰਗਲ ਵਿੱਚ ਜੋ ਰਹਿੰਦਾ ਸੀ ਸੁਗਰੀਵ ਬਾਂਦਰਾਂ ਦਾ ਰਾਜਾ ਤੇ ਇਹਦਾ ਜਿਹੜਾ ਮੇਨ ਕਮਾਂਡਰ ਹਨੂਮਾਨ ਸੀ। ਕੀਨ ਸਖਾ ਪਨ ਦਵੈ ਦੁਖ ਪਾਨਾ। ਇਹ ਦੋਵਾਂ ਨੇ ਸੁਗਰੀਵ ਨੇ ਤੇ ਸ਼੍ਰੀ ਰਾਮਚੰਦਰ ਜੀ ਜੋ ਦੋਵੇਂ ਦੁੱਖ ਵਾਲੇ ਸਨ, ਇਹਨਾਂ ਨੇ ਸਖਾਪਣ ਕਰ ਲਿਆ। ਕਿਉਂਕਿ ਸੁਗਰੀਵ ਦੀ ਜਿਹੜੀ ਪਤਨੀ ਸੀ ਉਹ ਬਾਲੀ ਦੇ ਭਰਾ ਬੜਾ ਬਲੀ ਸੀ, ਉਹਨੇ ਖੋਹ ਲਈ ਸੀ ਤੇ ਨਾਲੇ ਰਾਜ ਭਾਗ ਖੋਹ ਕੇ ਤੇ ਬਾਹਰ ਕੱਢ ਦਿੱਤਾ ਸੀ। ਇਹ ਵੀ ਦੁਖੀ ਹੋਇਆ ਬੈਠਾ ਸੀ। ਇੱਧਰ ਰਾਮਚੰਦਰ ਜੀ ਦੀ ਪਤਨੀ ਸੀਤਾ ਜੀ ਨੂੰ ਰਾਵਣ ਜੀ ਲੈ ਗਏ ਸਨ, ਰਾਵਣ ਲੈ ਗਿਆ ਸੀ, ਜਿਸ ਕਰਕੇ ਇਹ ਦੋਵੇਂ ਦੁਖੀ ਹੋਏ ਦੇ ਨਾਲ ਸਖਾਪਣ ਮਿੱਤਰਤਾਈ ਕਰ ਲਈ। ਭਰਾਤ ਸੁਗਰੀਵ ਹੈ ਕੋ ਬਲਵਾਲੀ। ਜੋ ਸੁਗਰੀਵ ਦਾ ਭਰਾ ਸੀ ਬੜਾ ਬਲੀ ਸੀ, ਬਾਲੀ ਜੀ ਦਾ ਨਾਮ ਸੀ। ਰਾਜ ਨਾਰ ਲੇਕਿਨ ਕੁਚਾਲੀ। ਇਸ ਨੇ ਸੁਗਰੀਵ ਤੋਂ ਰਾਜ ਭਾਗ ਵੀ ਲੈ ਲਿਆ, ਇਸਤਰੀ ਵੀ ਖੋਹ ਲਈ, ਬੜੀ ਖੋਟੀ ਚਾਲ ਕੀਤੀ ਸੀ। ਇੱਕ ਸਰ ਸੋ ਰਗਬਰ ਤਿਹ ਮਾਰਾ। ਭਾਈ ਮਰਦਾਨਾ ਉਸ ਵੇਲੇ ਰਾਮਚੰਦਰ ਜੀ ਨੇ ਇੱਕੋ ਤੀਰ ਨਾਲ ਹੀ ਇਹ ਬਾਲੀ ਬਲੀ ਨੂੰ ਮਾਰ ਮੁਕਾਇਆ। ਤਿਹ ਕੋ ਕਾਜ ਪ੍ਰਥਮ ਕੀ ਸਾਰਾ। ਸੁਗਰੀਵ ਦਾ ਜਿਹੜਾ ਕੰਮ ਸਭ ਤੋਂ ਪਹਿਲਾਂ ਸਾਰਾ ਇਹ ਕੀਤਾ ਕਿ ਉਹ ਬਾਲੀ ਨੂੰ ਵੀ ਮਾਰ ਦਿੱਤਾ, ਰਾਜ ਭਾਗ ਵੀ ਬਖਸ਼ ਦਿੱਤਾ ਤੇ ਜਿਹੜੀ ਉਹ ਪਤਨੀ ਸੀ ਉਹਦੀ ਸੁਗਰੀਵ ਦੀ ਉਹ ਵੀ ਵਾਪਸ ਕਰ ਦਿੱਤੀ ਸੀ। ਬਹੁਰੋ ਕਟਕ ਕਪਿਨ ਕੋ ਜੇਤਾ। ਮੁੜ ਜੋ ਸੁਗਰੀਵ ਦਾ
ਬਾਂਦਰਾਂ ਦਾ ਦਲ ਸੀ ਜਿੰਨਾ ਵੀ। ਸੀਤਾ ਖੋਜਨ ਭੇਜਿਓ ਤੇਤਾ। ਉਹ ਸੁਗਰੀਵ ਨੇ ਰਾਮਚੰਦਰ ਜੀ ਦੀ ਆਗਿਆ ਨਾਲ ਸੀਤਾ ਮਾਤਾ ਨੂੰ ਲੱਭਣ ਵਾਸਤੇ ਸਾਰੇ ਪਾਸਿਆਂ ਨੂੰ ਭੇਜਿਆ ਘੱਲਿਆ। ਹਨੂਮਾਨ ਲੰਕਾ ਕੇ ਮਾਹੀ। ਤੇ ਜੋ ਹਨੂਮਾਨ ਉਹ ਫਿਰਦੇ ਵਿਚਰਦੇ ਲੰਕਾ ਵਿੱਚ ਜਾਏ ਬਿਲੋ ਕੀ ਬਾਸੀ ਤਾਹੀ। ਲੰਕਾ ਵਿੱਚ ਜਾ ਕੇ ਦੇਖਿਆ ਵੀ ਸੀਤਾ ਮਾਤਾ ਉੱਥੇ ਬੈਠੀ ਹੋਈ ਹੈ। ਲੰਕਾ ਫੂਕ ਦੈਂਤ ਬਹਕਾਈ। ਲੰਕਾ ਜਿਹੜੀ ਇਸ ਹਨੂਮਾਨ ਨੇ ਪੂਛ ਨੂੰ ਅੱਗ ਜੀ ਲਾ ਦਿੱਤੀ ਸੀ ਜਾਣ ਕੇ, ਉਹ ਆਪਣਿਆਂ ਨੂੰ ਗ੍ਰਿਫਤਾਰ ਕਰਵਾ ਲਿਆ। ਤੇ ਉਹ ਕਹਿੰਦੇ ਵੀ ਤੂੰ ਕੌਣ ਹੈ? ਐਵੇਂ ਵਿਚਾਰ ਵਟਾਂਦਰੇ ਚੱਲਦੇ ਨਾ ਪੂਛ ਵਧਾਲੀ ਬੜੀ ਤਗੜੀ, ਉੱਪਰ ਬੈਠ ਗਏ। ਉਹ ਪੂਛ ਨੂੰ ਜਦੋਂ ਅੱਗ ਲਾਈ ਫਿਰ ਉੱਡਣਾ ਸ਼ੁਰੂ ਕਰ ਦਿੱਤਾ। ਬੜਾ ਤਗੜਾ ਪ੍ਰਸੰਗ ਹੈ ਇਹ। ਤੇ ਇਵੇਂ ਭਾਈ ਮਰਦਾਨਾ ਉਹ ਲੰਕਾ ਨੂੰ ਫੂਕ ਦਿੱਤਾ ਬਹੁਤੇ ਦੈਂਤ ਨਾਸ ਕਰਕੇ। ਸੁਧ ਸੀਤਾ ਕੀ ਆਨ ਸੁਨਾਈ। ਤੇ ਰਾਮਚੰਦਰ ਜੀ ਨੂੰ ਸੀਤਾ ਮਾਤਾ ਦੀ ਖਬਰ ਜਿਹੜੀ ਆਣ ਸੁਣਾਈ। ਲੈ ਕਪ ਕਟਕ ਚੜੇ ਰਘੁਰਾਈ। ਸ਼੍ਰੀ ਰਾਮਚੰਦਰ ਜੀ ਬਾਂਦਰਾਂ ਦੇ ਦਲ ਨੂੰ ਲੈ ਕੇ ਲੰਕਾ ਨੂੰ ਜਾ ਚੜੇ। ਆਏ ਸੇਤ ਬਾਂਧਿਓ ਇਹ ਥਾਈ। ਤੇ ਭਾਈ ਮਰਦਾਨਾ ਬਾਲਾ ਜਿੱਥੇ ਤੁਸੀਂ ਹੁਣ ਬੈਠੇ ਹੋਏ ਨਾ, ਇਸ ਥਾਂ ਤੇ ਆ ਕੇ ਰਾਮਚੰਦਰ ਜੀ ਨੇ ਬਾਂਦਰਾਂ ਦੀ ਸੈਨਾ ਲੈ ਕੇ ਤੇ ਇਹ ਰਮੇਸ਼ਵਰ ਨਾਮੇ ਪੁਲ ਬੰਨਿਆ ਸੀ। ਪਾਰ ਉਤਰਗਾ ਅੰਗਦ ਮਾਨੀ। ਜੋ ਨਾਲ ਆਇਆ ਹੋਇਆ ਸੀ ਅੰਗਦ, ਇਹ ਬੜਾ ਮਾਨੀ ਗਮਾਨੀ ਸੀ। ਉਹ ਉਸ ਵੇਲੇ ਛਾਲ ਮਾਰ ਕੇ ਸਮੁੰਦਰ ਨੂੰ ਪਾਰ ਕਰਕੇ ਉਤਰ ਗਿਆ ਸੀ ਲੰਕਾ ਵਿੱਚ। ਸੀਤਾ ਦੇਨ ਕਹੀ ਨਹ ਮਾਨੀ। ਉਹਨੇ ਜਾ ਕੇ ਰਾਵਣ ਨੂੰ ਕਿਹਾ ਵੀ ਉਹ ਰਾਵਣ, ਆਏ ਰਾਮਚੰਦਰ ਭਗਵਾਨ ਨੂੰ ਸੀਤਾ ਮਾਤਾ ਤੂੰ ਮੋੜ ਦੇ, ਤੇਰਾ ਭਲਾ ਹੋ, ਤੂੰ ਬਚਿਆ ਰਹੇਗਾ। ਇਹ ਕਹਿਣ ਲੱਗਾ ਤੂੰ ਕੌਣ ਹੈ? ਉਹ ਮੈਨੂੰ ਕਹਿਣ ਵਾਲਾ ਕਿ ਕਹਿੰਦੇ ਵੀ ਮੈਨੂੰ ਰਾਮਚੰਦਰ ਜੀ ਨੇ ਭੇਜਿਆ ਹੈ। ਉਹ ਬੜੇ ਬੜੀ ਹੈ, ਸਮੇਂ ਦੇ ਅਵਤਾਰ ਹੈ, ਤੇਰਾ ਵੱਧ ਹੋ ਜਾਏਗਾ, ਤੇਰਾ ਲੰਕਾ ਨਹੀਂ ਬਚੇਗੀ। ਕਹਿੰਦਾ ਤੂੰ ਚਲਿਆ ਜਾ ਇੱਥੋਂ। ਅਬ ਮੇਰਾ ਕੁੰਭਕਰਨ ਭਰਾ ਬਲੀ ਹੈ, ਮੇਰਾ ਪੁੱਤਰ ਮੇਘਨਾਦ ਇੰਨਾ ਬਲੀ ਹੈ, ਮੈਨੂੰ ਕੌਣ ਹੱਥ ਪਾਏਗਾ? ਇਹ ਅੰਗਦ ਜੀ ਕਹਿਣ ਲੱਗੇ, ਕਹਿੰਦੇ ਵੀ ਕਿਹੜੇ ਤੇਰੇ ਬਲੀ ਹੈ? ਜੇ ਤੇਰੇ ਬਲੀ ਹੈ ਆ ਮੈਂ ਕਚਹਿਰੀ 'ਚ ਲੱਤ ਰੱਖਦਾ, ਕਿਸੇ ਨੂੰ ਕਹਿ ਵੀ ਮੇਰੀ ਲੱਤ ਹੀ ਚੁੱਕ ਕੇ ਦਿਖਾ ਦੇਣ। ਤੇ ਇਹ ਕਹਿੰਦਾ ਵੀ ਇਹ ਕਿਹੜੀ ਗੱਲ, ਤੂੰ ਰੱਖ ਲੱਤ। ਉਹ ਸਭਾ ਦੇ ਵਿੱਚ ਅੰਗਦ ਜੀ ਨੇ ਆਪਣੀ ਲੱਤ ਰੱਖੀ। ਜਦੋਂ ਲੱਤ ਰੱਖੀ ਤਾਂ ਉਹ ਜਿਹੜੀ ਗਰਮਾ ਸਿੱਧੀ ਹੈ, ਜਿਹਦੇ ਨਾਲ ਬਹੁਤ ਭਾਰੇ ਹੋ ਜਾਈਦਾ। ਆ ਭਾਵੇਂ ਲਿਫਾਫਾ ਰੱਖ ਦਿਓ, ਗਰਮਾ ਸਿੱਧੀ ਵਰਤ ਲਓ ਨਾ, ਤੇ ਭਾਵੇਂ ਸਾਰਾ ਪਿੰਡ ਲੱਗਾ ਰਹੇ, ਲਿਫਾਫਾ ਨਹੀਂ ਚੁੱਕ ਸਕਦਾ। ਇਹ ਸਿੱਧੀ ਹੈ, ਗਰਮਾ ਸਿੱਧੀ, ਪਹਾੜ ਵਾਂਗ ਭਾਰੀ ਹੋ ਜਾਣਾ। ਇਹ ਅੰਗਦ ਜੀ ਨੇ ਉਹ ਗਰਮਾ ਸਿੱਧੀ ਵਰਤੀ, ਜਿਹੜੀ ਲੱਤ ਹੈ ਉਹ ਤੇ ਪਹਾੜ ਵਾਂਗ ਭਾਰੀ ਕਰ ਲਈ। ਆ ਜਿੰਨੇ ਦੀ ਸਭਾ ਵਿੱਚ ਬੜੀ ਰਾਵਾਂ ਦੇ ਉਹ ਆ ਕੇ ਲੱਤ ਚੁੱਕਣ, ਕਿਸੇ ਕੋਲ ਚੁੱਕੀ ਨਾ ਜਾਏ। ਇਹ ਤਖਤ 'ਤੇ ਬੈਠਾ ਵੇਖਦਾ ਸੀ। ਇਹ ਕਹਿਣ ਲੱਗਾ ਓਏ ਪਿੱਛੇ ਅੱਗ ਕਰਦੇ ਤੁਸੀਂ ਓਏ। ਕਹਿੰਦਾ ਇਹ ਲੱਤ ਹੈ ਕਿ ਜਾਂ ਪਹਾੜ ਹੈ ਜਿਹੜੀ ਚੁੱਕੀ ਨਹੀਂ ਜਾ ਰਹੀ ਤੁਹਾਡੇ ਕੋਲ? ਫਿਰ ਇਹ ਆਪ ਆਸਣ ਤੋਂ ਉੱਠ ਕੇ ਭੱਜਾ ਲੱਤ ਚੁੱਕਣ। ਜਦੋਂ ਲੱਤ ਜੀ ਚੁੱਕਣ ਲੱਗਾ ਤੇ ਅੰਗਦ ਜੀ ਕਹਿਣ ਲੱਗੇ, ਕਹਿੰਦੇ ਉਹ ਰਾਵਣ ਮੇਰੇ ਪੈਰੀ ਕਾਹਨੂੰ ਪੈਣਾ? ਜਾ ਕੇ ਰਾਮਚੰਦਰ ਜੀ ਦੇ ਭਗਵਾਨ ਦੇ ਚਰਨਾਂ ਨੂੰ ਜਾ ਕੇ ਲੱਗ, ਤੇਰਾ ਭਲਾ ਹੋ ਜਾਏਗਾ ਤੇ ਸੀਤਾ ਮਾਤਾ ਨੂੰ ਮੋੜ ਦੇ। ਇਹ ਗੱਲ ਕਹਿ ਕੇ ਸ਼ਰਮਿੰਦਾ ਜਿਹਾ ਕਰ ਦਿੱਤਾ। ਫਿਰ ਇਹ ਪਿਛਾਂਹ ਹਟ ਗਿਆ ਗੁੱਸੇ ਜੇ ਨਾਲ। ਐਵੇਂ ਉਹ ਅੰਗਦ ਜੀ ਨੇ ਕਿਹਾ ਸੀ ਵੀ ਤੂੰ ਸੀਤਾ ਨੂੰ ਜਿਹੜਾ ਹੈ ਦੇ ਤੇਰਾ ਭਲਾ ਹੋ ਜਾਏਗਾ। ਰਾਵਣ ਨੇ ਇੱਕ ਨਹੀਂ ਸੀ ਮੰਨੀ, ਐਵੇਂ ਆਕੜ ਵਿੱਚ ਹੀ ਰਿਹਾ ਸੀ। ਰਚਿਓ ਬਹੁਰ ਸੰਗਰਾਮ ਮਹਾਨਾ। ਅਖੀਰੀ ਭਾਈ ਮਰਦਾਨਾ ਰਾਵਣ ਤੇ ਰਾਮ ਵਿੱਚ ਬਹੁਤ ਤਕੜਾ ਜਿਹੜਾ ਯੁੱਧ ਸ਼ੁਰੂ ਹੋ ਗਿਆ। ਦੋਹੇ ਦਿਸ਼ ਮਾਰੂ ਬਜਿਓ ਨਿਸ਼ਾਨਾ। ਦੋਵੇਂ ਤਰਫ ਮਾਰੂ ਰਾਗ ਵਿੱਚ ਧੌਂਸੇ ਨਗਾਰੇ ਵੱਜੇ ਉੱਥੇ। ਕੁੰਭ ਕਾਨ ਕੋ ਪ੍ਰਥਮੈ ਮਾਰਾ। ਸਭ ਤੋਂ ਪਹਿਲਾਂ ਜੋ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਦਾ ਭਰਾ ਸੀ ਕੁੰਭਕਰਨ, ਪਹਿਲਾਂ ਉਹਨੂੰ ਮਾਰਿਆ, ਉਹਨੂੰ ਮਾਰ ਖਤਮ ਕੀਤਾ। ਮੇਘਨਾਦ ਕੋ ਬਹੁਰ ਸੰਘਾਰਾ। ਜੋ ਬੱਦਲ ਵਾਂਗ ਗੱਜਦਾ ਸੀ ਰਾਵਣ ਦਾ ਪੁੱਤਰ ਮੇਘਨਾਦ, ਫਿਰ ਉਹਦਾ ਸੰਘਾਰ ਕੀਤਾ, ਉਹਨੂੰ ਖਤਮ ਕੀਤਾ। ਤੇ ਰਾਮਾ ਅਵਤਾਰ ਮੁਤਾਬਕ ਜੋ ਤਿੰਨਾਂ ਸਿਰਾਂ ਵਾਲਾ ਇਹਦਾ ਪੁੱਤਰ ਸੀ ਰਾਵਣ ਦਾ, ਉਹਦਾ ਵੱਧ ਕੀਤਾ।
ਜਿਹੜਾ ਹੈ ਹਨੂਮਾਨ ਨੇ। ਰਾਵਨ ਮਾਰ ਲਈ ਪੁਨ ਸੀਤਾ। ਇਸ ਤਰ੍ਹਾਂ ਜੋ ਸ਼੍ਰੀ ਰਾਮਚੰਦਰ ਜੀ ਉਹਨਾਂ ਨੇ ਰਾਵਣ ਨੂੰ ਖਤਮ ਕਰਕੇ ਧੁੰਨੀ ਨਾਭੀ ਵਿੱਚ ਤੀਰ ਮਾਰ ਕੇ ਖਤਮ ਕੀਤਾ ਸੀ ਤੇ ਆਪਣੀ ਪਤਨੀ ਸੀਤਾ ਨੂੰ ਲੈ ਲਿਆ ਸੀ। ਗਮਨੇ ਨਿਜ ਪਰਮਾਹੇ ਪਨੀਤਾ। ਜੋ ਪਵਿੱਤਰ ਪੁਨੀਤ ਰਾਮਚੰਦਰ ਜੀ ਫਿਰ ਆਪਣੀ ਪੂਰੀ ਅਯੁੱਧਿਆ ਵਿੱਚ ਆ ਕੇ ਚਲੇ ਗਏ ਸੀ। ਬੈਠ ਸਿੰਘਾਸਨ ਰਾਜ ਕਮਾਇਓ। ਰਾਜ ਸਿੰਘਾਸਨ ਤੇ ਬੈਠ ਕੇ ਫਿਰ ਆਪਣਾ ਰਾਜ ਭਾਗ ਕਮਾਇਆ। ਦਾਸ ਸਹੰਸਰ ਬਰਖਨ ਬਹੁ ਗਾਇਓ। ਬਹੁਤ ਕਵੀਆਂ ਨੇ ਇਸ ਗੱਲ ਨੂੰ ਗਾਇਆ ਵੀ ਰਾਮਚੰਦਰ ਭਗਵਾਨ ਜੀ ਨੇ ਆਪਣੇ ਸਮੇਂ 10,000 ਵਰਾ ਰਾਜ ਭਾਗ ਕੀਤਾ ਸੀ। ਬਾਰ ਆਪ ਬੈਕੁੰਠ ਪਧਾਰੇ। ਫਿਰ ਜਦੋਂ ਸੀਤਾ ਦੇ ਵਿਛੋੜੇ ਵਿੱਚ ਉਹ ਜਿਹੜੀ ਸਰਜੂ ਨਦੀ ਹੈ ਉਹਦੇ ਵਿੱਚ ਛਾਲ ਮਾਰ ਕੇ ਬੈਕੁੰਠ ਪਧਾਰੇ ਸਨ। ਇਸ ਪ੍ਰਕਾਰ ਇਹ ਕਥਾ ਉਦਾਰੇ। ਇਸ ਪ੍ਰਕਾਰ ਭਾਈ ਮਰਦਾਨਾ ਬਾਲਾ ਇਹ ਜਿਹੜੀ ਰਾਮਚੰਦਰ ਜੀ ਦੀ ਕਥਾ ਹੈ ਉਹ ਤੇ ਬੜੀ ਤਕੜੀ ਹੈ। ਮਰਦਾਨੇ ਸਨ ਸੂਸ਼ਮ ਬਰਨੀ। ਭਾਈ ਮਰਦਾਨਾ ਸੁਣ ਇਹ ਜੋ ਅਸੀਂ ਕਥਾ ਕਹੀ ਹੈ ਨਾ ਵਰਣਨ ਕੀਤੀ ਤੇ ਸੂਖਸ਼ਮ ਸੰਖੇਪ ਵਿੱਚ ਕਹੀ ਹੋਈ ਉਂਝ ਇਹ ਕਥਾ ਬਹੁਤ ਤਕੜੀ ਹੈ। ਹੈ ਵਿਸਾਲ ਬਹੁ ਕਲਮਲ ਹਰਨੀ। ਬਹੁਤ ਮਹਾਨ ਹੈ ਤਕੜੀ ਵੀ ਹੈ ਪਾਪਾਂ ਨੂੰ ਨਾਸ ਕਰਨ ਵਾਲੀ ਇਹ ਕਥਾ। ਅਬ ਚਲ ਲੰਕ ਦਿਖਾਵਹਿ ਸੁੰਦਰ। ਚੱਲ ਵੀ ਭਾਈ ਮਰਦਾਨਾ ਬਾਲਾ ਹੁਣ ਚੱਲੋ ਸਾਡੇ ਨਾਲ ਜਿਹੜੀ ਲੰਕਾ ਬੜੀ ਸੋਹਣੀ ਹੈ ਤੁਹਾਨੂੰ ਦਿਖਾਈਏ। ਬਨੇ ਜਹਾਂ ਕੰਚਨ ਕੇ ਮੰਦਰ। ਜਿਸ ਲੰਕਾ ਵਿੱਚ ਸੋਨੇ ਦੇ ਜਿਹੜੇ ਮੰਦਰ ਮਕਾਨ ਬਣੇ ਹੈ ਹੀਰਿਆਂ ਦੀ ਜੜਤ ਕੀਤੀ ਹੋਈ ਹੈ ਉਹ ਤੁਹਾਨੂੰ ਦਿਖਾਉਣਾ ਕਰੀਏ। ਚਲੋ ਹੁਣ ਐਵੇਂ ਸਤਿਗੁਰ ਜੀ ਫਿਰ ਲੰਕਾ ਵਿੱਚ ਗਏ ਉੱਥੋਂ ਦੇ ਜਿਹੜੇ ਦਰਸ਼ਨ ਕਰਾਏ। ਉੱਥੇ ਭੀਖਣ ਜੋ ਰਾਵਣ ਦਾ ਭਰਾ ਸੀ ਜੋ ਰਾਮਚੰਦਰ ਜੀ ਦਾ ਭਗਤ ਬਣਿਆ ਉਹਦੇ ਨਾਲ ਮੇਲ ਮਿਲਾਪ ਕੀਤਾ ਸਤਿਗੁਰੂ ਜੀ ਨੇ। ਅਤੇ ਜੋ ਹਨੂਮਾਨ ਹੈ ਉਸ ਦਾ ਵੀ ਮਿਲਾਪ ਹੋਇਆ ਸਤਿਗੁਰੂ ਜੀ ਨਾਲ ਉਹ ਸੰਸਾ ਨਿਵਰਤ ਕੀਤਾ ਸੀ। ਅਤੇ ਇਹ ਜਿਵੇਂ ਪ੍ਰਸੰਗ ਇੱਥੇ ਵਿਸਥਾਰ ਨਾਲ ਆਇਆ ਹੈ ਅਤੇ ਉਹ ਇਸ ਤਰ੍ਹਾਂ ਵੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਤਕੜੇ ਵਿਦਵਾਨ ਸਨ 18 ਪੁਰਾਣ ਵੀ ਪੜ੍ਹੇ ਸੀ ਅਤੇ ਇਹਨਾਂ ਨੇ ਆਪ ਵੀ ਵਾਲਮੀਕੀ ਰਾਮਾਇਣ ਦਾ ਜਿਹੜਾ ਉਹ ਲੱਥਾ ਕੀਤਾ ਹੈ। ਉਹ ਬੜੇ ਸੋਹਣੇ ਢੰਗ ਨਾਲ ਲਿਖਿਆ ਹੋਇਆ। ਜੇ ਕਿਸੇ ਨੇ ਪੜ੍ਹਨੀ ਹੋਵੇ ਤਾਂ ਪੰਜਾਬੀ ਵਿੱਚ ਪੜ੍ਹ ਸਕਦਾ ਹੈ। ਸੰਸਕ੍ਰਿਤ ਦੇ ਵਿੱਚ ਪੜ੍ਹਨੀ ਤਾਂ ਸਾਡੇ ਵੱਸ ਦੀ ਗੱਲ ਨਹੀਂ ਹੈ। ਉਹ ਕਵੀ ਜੀ ਨੇ ਲਿਖਿਆ ਜਿਸ ਕਰਕੇ ਇੱਥੇ ਉਹ ਲਿਖਣ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਮੁਖ ਤੋਂ ਇਹ ਸਾਰਾ ਪ੍ਰਸੰਗ ਜਿਹੜਾ ਕਹਾ ਦਿੱਤਾ ਹੈ। ਉਂਝ ਇਹ ਕਵੀ ਜੀ ਨੇ ਆਪਣੇ ਵੱਲੋਂ ਹੀ ਲਿਖਿਆ ਹੈ। ਉਹ ਜਿਵੇਂ ਲਿਖਿਆ ਇੱਥੇ ਇਤਿਹਾਸ ਵਿੱਚ ਆਪਾਂ ਵਿਸਥਾਰ ਨਾਲ ਪੜ੍ਹ ਸੁਣ ਲਿਆ ਇਸ ਬੜੇ ਪ੍ਰੇਮ ਨਾਲ। ਇੱਥੇ ਪ੍ਰਸੰਗ ਦੀ ਸਮਾਪਤੀ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਹਬਸ ਦੇਸ ਪਰ ਸ੍ਰੀ ਰਾਮਚੰਦਰ ਪ੍ਰਸੰਗ ਵਰਣਨ ਨਾਮ ਸਪਤ ਦਸਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦੇ 17 ਅਧਿਆਏ ਜਿਹੜੇ ਸਮਾਪਤ ਹੋ ਗਏ ਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਮਰਦਾਨੇ ਸਨ ਸੂਸ਼ਮ ਬਰਨੀ ਹੈ ਵਿਸਾਲ ਬਹੁ ਕਲਮਲ ਹਰਨੀ। ਅਬ ਚਲ ਲੰਕ ਦਿਖਾਵਹਿ ਸੁੰਦਰ। ਬਨੇ ਜਹਾਂ ਕੰਚਨ ਕੇ ਮੰਦਰ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਹਬਸ ਦੇਸ ਅਰ ਸ੍ਰੀ ਰਾਮਚੰਦਰ ਪ੍ਰਸੰਗ ਵਰਣਨ ਨਾਮ ਸਪਤ ਦਸਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।